ਹੈਲੋ ਸਟੂਡੈਂਟਸ। ਅੱਜ ਦੇ ਲੈਕਚਰ ਦੇ ਵਿੱਚ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਆਪਣੇ ਵੀਲ ਐਂਡ ਟਾਇਰ ਚੈਪਟਰ ਦਾ ਲਾਸਟ ਟੌਪਿਕ, ਜਿਹੜਾ ਟੌਪਿਕ ਹੈ ਵੀਲ ਬੈਲੈਂਸਿੰਗ। ਬਾਕੀ ਅਸੀਂ ਸਾਰੇ ਟੌਪਿਕ ਕਵਰ ਕਰ ਰਹੇ ਸੀਗੇ। ਲਾਸਟ ਅਸੀਂ ਵੀਲ ਰੋਟੇਸ਼ਨ ਕਵਰ ਕੀਤਾ ਸੀਗਾ। ਬਾਕੀ ਜਿੰਨੇ ਵੀ ਟੌਪਿਕ ਤੁਹਾਡੇ ਸਿਲੇਬਸ 'ਚ ਸੀਗੇ ਉਹ ਸਾਰੇ ਅਪਰੋਕਸੀਮੇਟਲੀ ਕਵਰ ਹੋ ਚੁੱਕੇ ਨੇ। ਅੱਜ ਅਸੀਂ ਗੱਲ ਕਰਦੇ ਹਾਂ ਵੀਲ ਬੈਲੈਂਸਿੰਗ ਦੀ। ਵੀਲ ਬੈਲੈਂਸਿੰਗ ਕੀ ਹੈ, ਟਾਈਪਸ ਕੀ ਹੈ ਇਹਦੀਆਂ, ਕਿਉਂ ਕਰਦੇ ਹਾਂ, ਕਿੱਦਾਂ ਕਰਦੇ ਹਾਂ, ਉਹਦੇ ਬਾਰੇ ਆਪਾਂ ਡਿਸਕਸ ਕਰਦੇ ਹਾਂ ਅੱਜ। ਸੋ ਵੀਲ ਬੈਲੈਂਸਿੰਗ ਦੇ ਵਿੱਚ ਕੀ ਕਹਿੰਦੇ ਨੇ, ਸਮਟਾਈਮਸ ਵੀਲ ਐਂਡ ਟਾਇਰ ਅਸੈਂਬਲੀ ਮੇ ਬੀ ਆਊਟ ਆਫ ਬੈਲੈਂਸ ਵਿਦ ਰਿਸਪੈਕਟ ਟੂ ਇਟਸ ਐਕਸਿਸ ਆਫ ਰੋਟੇਸ਼ਨ। ਕਹਿੰਦੇ ਕਈ ਵਾਰ ਕੀ ਹੁੰਦਾ ਹੈ ਵੀ ਜਿਹੜਾ ਵੀਲ ਤੇ ਟਾਇਰ ਦੀ ਅਸੈਂਬਲੀ ਹੈ ਨਾ, ਉਹ ਆਊਟ ਆਫ ਬੈਲੈਂਸ ਚੱਲਦੀ ਹੈ ਵਿਦ ਰਿਸਪੈਕਟ ਟੂ ਇਟਸ ਐਕਸਿਸ ਆਫ ਰੋਟੇਸ਼ਨ। ਵੀ ਜਿਹੜੇ ਐਕਸਿਸ ਤੇ ਵੀਲ ਐਂਡ ਟਾਇਰ ਅਸੈਂਬਲੀ ਨੂੰ ਰੋਟੇਟ ਕਰਨਾ ਚਾਹੀਦਾ ਸੀਗਾ, ਉਹ ਉਸ ਐਕਸਿਸ ਤੇ ਰੋਟੇਟ ਨਹੀਂ ਕਰਦੀ, ਉਹਦੇ ਤੋਂ ਬਾਹਰ ਹੋ ਕੇ ਚੱਲਦੀ ਹੈ, ਮਤਲਬ ਆਊਟ ਹੋ ਕੇ ਚੱਲਦੀ ਹੈ। ਜੇ ਆਪਾਂ ਦੇਖਣਾ ਚਾਹੀਏ ਵੀ ਅਨਬੈਲੈਂਸਿੰਗ ਜਾਂ ਵੀਲ ਬੈਲੈਂਸਿੰਗ ਅਸੀਂ ਕਿਹਨੂੰ ਕਹਿੰਦੇ ਆ, ਤੇ ਉਹਦੇ ਲਈ ਤੁਹਾਨੂੰ ਮੈਂ ਇੱਕ ਵੀਡੀਓ ਦਿਖਾਣਾ। ਉਸ ਵੀਡੀਓ ਤੋਂ ਤੁਹਾਨੂੰ ਕਲੀਅਰ ਹੋਏਗਾ ਵੀ ਵੀਲ ਬੈਲੈਂਸਿੰਗ ਅਸੀਂ ਕਿਉਂ ਕਰਦੇ ਆ। ਇਹ ਇੱਕ ਵੀਡੀਓ ਹੈ, ਇਹ ਵੀਡੀਓ 'ਚ ਦਿਖਾਇਆ ਗਿਆ ਵੀ ਅਨਬੈਲੈਂਸਿੰਗ ਕੀ ਹੈ। ਜੇ ਅਸੀਂ ਦੇਖੀਏ ਇਹ ਵਾਲਾ ਟਾਇਰ ਕਿੱਦਾਂ ਸਟਾਰਟਿੰਗ ਤੇ ਕਿੱਦਾਂ ਅਪ ਡਾਊਨ ਮੂਵਮੈਂਟ ਕਰਦਾ ਪਿਆ ਸੀਗਾ, ਇਹ ਚੀਜ਼ ਅਨਬੈਲੈਂਸਿੰਗ ਹੈ। ਵੀ ਮਤਲਬ ਜਿਹੜਾ ਟਾਇਰ ਹੈ ਉਹਦਾ ਕਿਤੋਂ ਭਾਰ ਜ਼ਿਆਦਾ ਹੈ, ਕਿਤੋਂ ਭਾਰ ਘੱਟ ਹੈ। ਉਹ ਭਾਰ ਘੱਟ ਜ਼ਿਆਦਾ ਹੋਣ ਦੇ ਨਾਲ ਕੀ ਹੁੰਦਾ ਪਿਆ, ਇਹ ਦੇਖੋ ਇਹ ਪ੍ਰੋਬਲਮ ਆਉਂਦੀ ਪਈ ਹੈ ਵੀ ਵੀਲ ਜਿਹੜਾ ਹੈ ਉਹ ਪ੍ਰੋਪਰਲੀ ਇੱਕੋ ਐਕਸਿਸ ਤੇ ਰੋਟੇਟ ਨਹੀਂ ਕਰਦਾ ਪਿਆ, ਆਪਣੇ ਐਕਸਿਸ ਨੂੰ ਚੇਂਜ ਕਰਦਾ ਪਿਆ। ਇਹਦਾ ਕਾਰਨ ਕੀ ਹੋਏਗਾ? ਇਹਦਾ ਕਾਰਨ ਇਹ ਹੋਏਗਾ ਵੀ ਇਹਦੇ ਵਿੱਚ ਜਿਹੜਾ ਬੈਲੈਂਸਿੰਗ ਸੀਗੀ ਨਾ, ਉਹ weight ਦੀ ਪੂਰੀ ਨਹੀਂ ਸੀਗੀ। ਕਿਤੇ weight ਜ਼ਿਆਦਾ ਸੀਗਾ ਜਾਂ ਕਿਤੇ weight ਘੱਟ ਸੀਗਾ। ਜਿਹੜਾ ਦੋ ਤਰ੍ਹਾਂ ਦੀ ਬੈਲੈਂਸਿੰਗ ਹੈ ਉਹਦੇ ਬਾਰੇ ਆਪਾਂ ਅੱਗੇ ਸਟੱਡੀ ਕਰਦੇ ਹਾਂ। ਇਹਦੇ 'ਚ ਕੀ ਹੁੰਦਾ, ਪ੍ਰੋਬਲਮ ਕੀ ਆਉਂਦੀ ਹੈ, ਮਤਲਬ ਜੇ ਵੀਲ ਤੁਹਾਡਾ ਬੈਲੈਂਸ ਨਹੀਂ ਹੋਏਗਾ ਨਾ, ਤੁਹਾਨੂੰ ਡਰਾਈਵਿੰਗ ਕਰਨ ਦੇ ਵਿੱਚ ਪ੍ਰੋਬਲਮ ਆਏਗੀ। ਇਹ ਦੇਖੋ ਐਦਾਂ ਤੁਹਾਡੇ ਹੈਂਡਲ ਜਿਹੜੇ ਨੇ ਉਹ ਹਿਲਦੇ ਰਹਿਣਗੇ। ਇਹਨਾਂ ਦੇ ਜ਼ਿਆਦਾ ਦਿਖਾਤੇ ਬਟ ਇੰਨੇ ਜ਼ਿਆਦਾ ਨਹੀਂ, ਮਤਲਬ ਤੁਹਾਡੇ ਵਾਈਬ੍ਰੇਸ਼ਨਸ ਜਿਹੜੀਆਂ ਨੇ ਨਾ ਗਰਾਊਂਡ ਦੀਆਂ, ਉਹ ਤੁਹਾਡੇ ਤੱਕ ਪਹੁੰਚਣਗੀਆਂ। ਜਿੱਦਾਂ ਸਟੀਅਰਿੰਗ ਨੂੰ ਆਪਾਂ ਇੱਕ ਤਰ੍ਹਾਂ ਰੋਕ ਕੇ ਰੱਖ ਸਕਦੇ ਆ ਨਾ, ਉੱਦਾਂ ਸਟੀਅਰਿੰਗ ਆਪਣੀ ਜਗ੍ਹਾ ਤੇ ਰੁਕਿਆ ਨਹੀਂ ਰਹੇਗਾ ਜੇ ਵੀਲ ਤੁਹਾਡਾ ਬੈਲੈਂਸ ਨਹੀਂ ਹੋਏਗਾ। ਵੀਲ ਬੈਲੈਂਸਿੰਗ ਨਾ ਹੋਣ ਦਾ ਇਹ ਦੇਖੋ ਜਿੱਦਾਂ ਇਹ ਘੁੰਮਦਾ ਹੈ, ਜਦੋਂ ਇਹ ਪਾਰਟ ਗ੍ਰੀਨ ਵਾਲਾ ਪਾਰਟ ਨੀਚੇ ਆਉਂਦਾ ਨਾ, ਵੀਲ ਉੱਪਰ ਨੂੰ ਜੰਪ ਕਰਦਾ ਪਿਆ। ਇਹਦਾ ਮਤਲਬ ਇੱਥੋਂ ਵੀਲ ਜਿਹੜਾ ਅਨਬੈਲੈਂਸਡ ਹੈ, ਇੱਥੇ ਕੋਈ ਪ੍ਰੋਬਲਮ ਹੈ, ਉਹਨੂੰ ਸਾਨੂੰ ਠੀਕ ਕਰਨਾ ਪਏਗਾ। ਠੀਕ ਹੈ ਜੀ। ਬਾਕੀ ਆਪਾਂ ਬੈਕ ਆਪਣੇ ਲੈਕਚਰ ਤੇ ਆਉਂਦੇ ਹਾਂ, ਫਿਰ ਅਸੀਂ ਡਿਸਕਸ ਕਰਦੇ ਹਾਂ ਅਬਾਊਟ ਦਿਸ ਵੀ ਕੀ ਉਹ ਸ਼ੋਅ ਕਰਨਾ ਚਾਹੁੰਦੇ ਨੇ। ਸੌਰੀ ਪਹਿਲੇ ਸ਼ੇਅਰ ਨਹੀਂ ਹੋਇਆ ਸੀਗਾ, ਇੱਕ ਵਾਰ ਦੁਬਾਰਾ ਦੇਖ ਲਓ। ਜੇਕਰ ਜਦੋਂ ਵੀ ਵੀਲ ਬੈਲੈਂਸਿੰਗ ਨਾ ਹੋਵੇ ਨਾ, ਉਦੋਂ ਕੁਝ ਪ੍ਰੋਬਲਮਸ ਆਉਂਦੀਆਂ ਨੇ। ਉਹ ਪ੍ਰੋਬਲਮਸ ਕਿਹੜੀਆਂ ਨੇ? ਉਹਨਾਂ ਪ੍ਰੋਬਲਮਸ ਦੇ ਵਿੱਚੋਂ ਜਿਹੜੀ ਸਭ ਤੋਂ ਪਹਿਲੇ ਮੇਨ ਪ੍ਰੋਬਲਮ ਆਉਂਦੀ ਹੈ ਉਹ ਇਹੀ ਆਉਂਦੀ ਹੈ ਵੀ ਤੁਹਾਡੇ ਜਿਹੜੇ, ਮੰਨ ਲਓ ਤੁਸੀਂ ਵਹੀਕਲ ਡਰਾਈਵ ਕਰਦੇ ਪਏ ਹੋ, ਵਹੀਕਲ ਡਰਾਈਵ ਤੁਹਾਡੇ ਕੋਲ ਸਹੀ ਤਰ੍ਹਾਂ ਨਹੀਂ ਹੋਏਗਾ, ਤੁਹਾਨੂੰ ਵਾਈਬ੍ਰੇਸ਼ਨਸ ਫੀਲ ਹੋਣਗੀਆਂ। ਇਹ ਇੱਕ ਉਹਨਾਂ ਨੇ ਟਾਇਰ ਦਿਖਾਇਆ ਹੈ, ਇਹਦੇ ਇੱਥੋਂ ਹੈ ਅਨਬੈਲੈਂਸਡ ਹੈ। ਅਨਬੈਲੈਂਸਡ ਹੋਣ ਦੇ ਨਾਲ ਕੀ ਹੋਏਗਾ, ਜਿਹੜਾ ਗ੍ਰੀਨ ਵਾਲਾ ਪੋਰਸ਼ਨ ਹੈ ਜਦੋਂ ਨੀਚੇ ਆਏਗਾ, ਵੀਲ ਉੱਪਰ ਨੂੰ ਜੰਪ ਕਰਨ ਦੀ ਕੋਸ਼ਿਸ਼ ਕਰੇਗਾ। ਜਿੱਦਾਂ ਹੀ ਸਪੀਡ ਇੰਕਰੀਜ਼ ਹੋਏਗੀ, ਸਲੋ ਸਪੀਡ ਤੇ ਨਹੀਂ ਪਤਾ ਲੱਗੇਗਾ, ਜਿੱਦਾਂ ਜਿੱਦਾਂ ਸਪੀਡ ਇੰਕਰੀਜ਼ ਹੁੰਦੀ ਜਾਏਗੀ ਉਦਾਂ ਉਦਾਂ ਇਹ ਜਿਹੜਾ ਵੀਲ ਹੈ ਉਹ ਅਨਬੈਲੈਂਸਡ ਮੂਵ ਹੋਣਾ ਸਟਾਰਟ ਕਰ ਦੇਗਾ, ਅਪ ਡਾਊਨ ਮੂਵਮੈਂਟ ਕਰਨਾ ਸਟਾਰਟ ਕਰ ਦੇਗਾ। ਸੋ ਵੀਲ ਬੈਲੈਂਸਿੰਗ ਚ ਉਹਨਾਂ ਨੇ ਕੀ ਕਿਹਾ, ਸਮਟਾਈਮਸ ਵੀਲ ਐਂਡ ਟਾਇਰ ਅਸੈਂਬਲੀ ਮੇ ਬੀ ਆਊਟ ਆਫ ਬੈਲੈਂਸ ਵਿਦ ਰਿਸਪੈਕਟ ਟੂ ਇਟਸ ਐਕਸਿਸ ਆਫ ਰੋਟੇਸ਼ਨ। ਕਈ ਵਾਰ ਜਿਹੜਾ ਇਹਨਾਂ ਦਾ ਐਕਸਿਸ ਆਫ ਰੋਟੇਸ਼ਨ ਹੈ ਉਹਦੇ ਤੋਂ ਆਊਟ ਚੱਲਦੇ ਨੇ ਵੀਲ ਐਂਡ ਟਾਇਰ ਅਸੈਂਬਲੀ, ਉਹਨੂੰ ਅਸੀਂ ਕਹਿੰਦੇ ਆ ਵੀਲ ਅਨਬੈਲੈਂਸਡ। ਹੁਣ ਇਹਦੇ ਕਾਰਨ ਕੀ ਨੇ? ਇਟ ਮੇ ਬੀ ਡਿਊ ਟੂ ਅਨਈਵਨ weight distribution ਔਨ ਦੀ ਅਸੈਂਬਲੀ। ਇਹਦਾ ਕਾਰਨ ਕੀ ਹੋ ਸਕਦਾ ਹੈ ਵੀ ਜਿਹੜਾ weight distribution ਹੈ ਨਾ, ਉਹ ਸਹੀ ਤਰ੍ਹਾਂ ਨਹੀਂ ਹੈ। weight distribution ਦਾ ਮਤਲਬ ਕੀ ਹੈ? ਜਿਹੜੀ ਟਾਇਰ ਤੇ ਵੀਲ ਦੀ ਅਸੈਂਬਲੀ ਹੈ ਉਹਦੇ ਵਿੱਚ ਕੀ ਹੈ, weight ਕਿਤੇ ਜ਼ਿਆਦਾ ਹੈ ਕਿਤੇ ਘੱਟ ਹੈ। ਉਹਨੂੰ ਅਸੀਂ ਕਹਿੰਦੇ ਆ weight distribution, ਮਤਲਬ ਭਾਰ ਦਾ ਵੰਡਿਆ ਜਾਣਾ। ਜਿਹੜਾ ਭਾਰ ਸੀਗਾ ਉਹ ਅਨਈਵਨ ਤਰੀਕੇ ਨਾਲ ਵੰਡਿਆ ਗਿਆ, ਸਹੀ ਤਰ੍ਹਾਂ ਨਹੀਂ ਵੰਡਿਆ ਗਿਆ, ਉਹਨੂੰ ਅਸੀਂ ਕਹਿ ਦਿੱਤਾ ਅਨਈਵਨ ਡਿਸਟ੍ਰੀਬਿਊਸ਼ਨ ਆਫ weight। ਜੇਕਰ ਕਿਸੇ ਵੀਲ ਤੇ ਟਾਇਰ ਅਸੈਂਬਲੀ ਦੇ ਵਿੱਚ weight ਡਿਸਟ੍ਰੀਬਿਊਸ਼ਨ ਅਨਈਵਨ ਹੋਏਗੀ ਤੇ ਉਹਦੇ ਨਾਲ ਕੀ ਹੋਏਗਾ, ਵੀਲ ਜਿਹੜਾ ਸਾਡਾ ਉਹ ਬੈਲੈਂਸ ਨਹੀਂ ਰਹੇਗਾ, ਅਨਬੈਲੈਂਸਡ ਹੋ ਜਾਏਗਾ। ਟੂ ਰੈਕਟੀਫਾਈ ਦਿਸ ਵੀਲ ਬੈਲੈਂਸਿੰਗ ਇਜ਼ ਡਨ। ਇਹ ਪ੍ਰੋਬਲਮ ਨੂੰ ਦੂਰ ਕਰਨ ਦੇ ਲਈ ਅਸੀਂ ਕੀ ਕਰਦੇ ਹਾਂ, ਵੀਲ ਬੈਲੈਂਸਿੰਗ ਕਰਦੇ ਹਾਂ। ਬੈਲੈਂਸਡ ਵੀਲ ਪ੍ਰੋਵਾਈਡ ਡਰਾਈਵਿੰਗ ਐਂਡ ਰਾਈਡਿੰਗ ਕੰਫਰਟ, ਸੇਫਟੀ ਐਂਡ ਇੰਕਰੀਜ਼ਡ ਟਾਇਰ ਲਾਈਫ।
ਵੀਲ ਬੈਲੈਂਸਿੰਗ ਕਰਨ ਦਾ ਸਾਨੂੰ ਫਾਇਦਾ ਕੀ ਹੋਏਗਾ? ਇਹਦੇ ਨਾਲ ਜਿਹੜਾ ਡਰਾਈਵਿੰਗ ਦਾ ਤੇ ਰਾਈਡਿੰਗ ਦਾ ਕੰਫਰਟ ਮਿਲੇਗਾ। ਮਤਲਬ ਆਪਾਂ ਡਰਾਈਵ ਵੀ ਸਹੀ ਤਰ੍ਹਾਂ ਕਰ ਸਕਦੇ ਹਾਂ ਤੇ ਜਿਹੜੇ ਪੈਸੇਂਜਰ ਅੰਦਰ ਬੈਠੇ ਨੇ ਉਹਨਾਂ ਦੇ ਲਈ ਜਿਹੜੀ ਰਾਈਡਿੰਗ ਹੋਏਗੀ ਉਹ ਵੀ ਕੰਫਰਟੇਬਲ ਹੋਏਗੀ। ਸੇਫਟੀ ਹੋਏਗੀ, ਜਿਹੜੀ ਅੰਦਰ ਵਹੀਕਲਸ ਆਪਣੇ ਅੰਦਰ ਜਿਹੜੇ ਪੈਸੇਂਜਰਸ ਬੈਠੇ ਨੇ ਉਹਨਾਂ ਲਈ ਵੀ ਸੇਫਟੀ ਹੋਏਗੀ ਤੇ ਜਿਹੜੇ ਵਹੀਕਲ ਹੈ ਸਾਡਾ ਉਹਦੇ ਲਈ ਵੀ ਸੇਫਟੀ ਹੋਏਗੀ, ਉਹ ਵੀ ਸੇਫ ਤਰੀਕੇ ਨਾਲ ਚੱਲੇਗਾ। ਐਂਡ ਇੰਕਰੀਜ਼ ਟਾਇਰ ਲਾਈਫ, ਤੇ ਇਹਦੇ ਨਾਲ ਕੀ ਹੋਏਗਾ? ਟਾਇਰ ਦੀ ਲਾਈਫ ਵੀ ਇੰਕਰੀਜ਼ ਕਰੇਗੀ। ਜੇਕਰ ਅਨਬੈਲੈਂਸਿੰਗ ਹੋਏਗੀ ਟਾਇਰ ਦੀ ਲਾਈਫ ਘਟੇਗੀ। ਵੀਲ ਸਾਡਾ ਬੈਲੈਂਸਡ ਹੋਏਗਾ, ਬੈਲੈਂਸਡ ਵੀਲ ਆਪਾਂ ਗੱਡੀ ਨੂੰ ਚਲਾਵਾਂਗੇ, ਫਿਰ ਕੀ ਹੋਏਗਾ? ਟਾਇਰ ਦੀ ਜਿਹੜੀ ਲਾਈਫ ਹੈ ਉਹ ਇੰਕਰੀਜ਼ ਹੋਏਗੀ। ਦੇयर ਆਰ ਟੂ ਟਾਈਪਸ ਆਫ ਵੀਲ ਬੈਲੈਂਸ। ਜਿਹੜੀ ਵੀਲ ਬੈਲੈਂਸਿੰਗ ਹੈ ਉਹ ਦੋ ਤਰ੍ਹਾਂ ਦੀ ਹੈ। ਇੱਕ ਹੈ ਜੀ ਸਟੈਟਿਕ ਵੀਲ ਬੈਲੈਂਸ, ਦੂਜਾ ਹੈ ਜੀ ਡਾਇਨਾਮਿਕ ਵੀਲ ਬੈਲੈਂਸ। ਸਟੈਟਿਕ ਵੀਲ ਬੈਲੈਂਸ ਦੇ ਨਾਲ ਇਹਨਾਂ ਨੇ ਕੀ ਲਿਖਿਆ? ਵੀਲ ਐਟ ਰੈਸਟ। ਤੇ ਡਾਇਨਾਮਿਕ ਬੈਲੈਂਸ ਚ ਇਹਨਾਂ ਨੇ ਕੀ ਲਿਖਿਆ? ਵੀਲ ਇਨ ਮੋਸ਼ਨ। ਹੁਣ ਆਪਾਂ ਦੋਨਾਂ ਬਾਰੇ ਸਟੱਡੀ ਕਰਦੇ ਹਾਂ, ਸਟੈਟਿਕ ਵੀਲ ਬੈਲੈਂਸਿੰਗ ਕੀ ਹੈ ਤੇ ਡਾਇਨਾਮਿਕ ਵੀਲ ਬੈਲੈਂਸਿੰਗ ਕੀ ਹੈ। ਜੇ ਆਪਾਂ ਸਟੈਟਿਕ ਵੀਲ ਬੈਲੈਂਸਿੰਗ ਦੀ ਗੱਲ ਕਰਦੇ ਹਾਂ ਨਾ, ਤਾਂ ਜਿਹੜਾ ਸਟੈਟਿਕਲੀ ਬੈਲੈਂਸਡ ਵੀਲ ਹੋਏਗਾ ਉਹਦੇ ਵਿੱਚ ਕੀ ਫਰਕ ਹੈ ਤੇ ਡਾਇਨਾਮਿਕ ਦੇ ਵਿੱਚ ਕੀ ਫਰਕ ਹੈ, ਦੋਨਾਂ ਬਾਰੇ ਆਪਾਂ ਹੁਣ ਸਟੱਡੀ ਕਰਦੇ ਹਾਂ। ਪਹਿਲੇ ਆਪਾਂ ਗੱਲ ਕਰਾਂਗੇ ਸਟੈਟਿਕ ਵੀਲ ਬੈਲੈਂਸਿੰਗ ਦੀ। ਸਟੈਟਿਕ ਦਾ ਮਤਲਬ ਕੀ ਹੁੰਦਾ ਹੈ? ਕਿਸੇ ਚੀਜ਼ ਦਾ ਰੁਕਿਆ ਹੋਣਾ। ਸੋ ਸਟੈਟਿਕ ਵੀਲ ਬੈਲੈਂਸਿੰਗ ਕੀ ਹੋਗੀ? ਸੋ ਪਹਿਲੇ ਆਪਾਂ ਗੱਲ ਕਰਦੇ ਹਾਂ ਸਟੈਟਿਕ ਵੀਲ ਬੈਲੈਂਸਿੰਗ ਦੀ। ਸਟੈਟਿਕਲ ਵੀਲ ਬੈਲੈਂਸਿੰਗ ਦਾ ਮਤਲਬ ਕੀ ਹੈ? ਉਹਨਾਂ ਨੇ ਲਿਖਿਆ ਸੀਗਾ ਵੀਲ ਐਟ ਰੈਸਟ। ਜਦੋਂ ਕੋਈ ਵੀ ਵੀਲ ਰੈਸਟ ਤੇ ਵੇ, ਰੋਟੇਟ ਨਹੀਂ ਕਰਦਾ ਪਿਆ, ਮੋਸ਼ਨ ਦੇ ਵਿੱਚ ਨਹੀਂ ਹੈ, ਉਹਨੂੰ ਕਿੱਦਾਂ ਬੈਲੈਂਸ ਕਰਨਾ ਹੈ? ਉਹਨੂੰ ਅਸੀਂ ਕਹਿੰਦੇ ਹਾਂ ਸਟੈਟਿਕ ਬੈਲੈਂਸਿੰਗ। Statically balanced wheel assembly remains at rest on axle in any position to which it is kept। ਕਹਿੰਦੇ ਸਟੈਟਿਕਲੀ ਵੀਲ ਬੈਲੈਂਸਿੰਗ ਕੀ ਹੈ? ਵੀ ਐਕਸਲ ਦੇ ਉੱਪਰ ਆਪਾਂ ਕਿਸੇ ਵੀਲ ਨੂੰ ਫਿਕਸ ਕਰਤਾ, ਵੀਲ ਅਸੈਂਬਲੀ ਨੂੰ ਫਿਕਸ ਕਰਤਾ, ਵੀਲ ਤੇ ਟਾਇਰ ਨੂੰ ਫਿਕਸ ਕਰਤਾ ਤੇ ਉਹਨੂੰ ਉੱਥੇ ਜਦੋਂ ਫਿਕਸ ਕੀਤਾ ਨਾ ਉਹਨੂੰ ਛੱਡਤਾ, ਫਿਕਸ ਕਰਕੇ ਛੱਡਤਾ। ਜਿਹੜੀ ਪੋਜੀਸ਼ਨ ਤੇ ਆਪਾਂ ਛੱਡਿਆ ਜੇ ਉਹ ਉਸੇ ਪੋਜੀਸ਼ਨ ਤੇ ਰਵੇ ਉਹਨੂੰ ਅਸੀਂ ਕਹਿੰਦੇ ਆ ਸਟੈਟਿਕਲੀ ਬੈਲੈਂਸਡ ਵੀਲ। ਇੱਕ ਐਕਸਲ ਸੀਗਾ, ਉਹਦੇ ਉੱਪਰ ਇੱਕ ਟਾਇਰ ਵੀਲ ਅਸੈਂਬਲੀ ਨੂੰ ਅਸੀਂ ਫਿਕਸ ਕਰਤਾ। ਫਿਕਸ ਕਰਨ ਤੋਂ ਬਾਅਦ ਆਪਾਂ ਜਦੋਂ ਉਹਨੂੰ ਛੱਡਿਆ ਤੇ ਜੇ ਉਹ ਆਪਣੀ ਜਗ੍ਹਾ ਤੇ ਰਵੇ, ਨਾ ਘੁੰਮੇ, ਉੱਥੇ ਹੀ ਰੁਕ ਜਾਵੇ ਜਿੱਥੇ ਆਪਾਂ ਛੱਡਿਆ ਸੀਗਾ, ਉਹਨੂੰ ਅਸੀਂ ਕਹਿੰਦੇ ਆ ਸਟੈਟਿਕਲੀ ਬੈਲੈਂਸਡ ਵੀਲ। ਇਟ ਹੈਜ਼ ਇਕੁਅਲ ਡਿਸਟ੍ਰੀਬਿਊਸ਼ਨ ਆਫ weight ਅਰਾਊਂਡ ਦੀ ਵੀਲ। ਜਿਹੜੀ ਸਟੈਟਿਕ ਵੀਲ ਬੈਲੈਂਸਿੰਗ ਹੁੰਦੀ ਹੈ ਉਹਦੇ ਵਿੱਚ ਕੀ ਹੁੰਦਾ ਹੈ? weight ਜਿਹੜਾ ਡਿਸਟ੍ਰੀਬਿਊਸ਼ਨ ਹੈ ਉਹ ਇਕੁਅਲ ਹੈ ਅਰਾਊਂਡ ਦੀ ਵੀਲ। ਮਤਲਬ ਜਿਹੜਾ ਵੀਲ ਹੈ ਉਹਦੇ ਹਰ ਪਾਸੇ ਇਕੁਅਲ weight ਡਿਸਟ੍ਰੀਬਿਊਟ ਕੀਤਾ ਗਿਆ ਤਾਂ ਹੀ ਉਹ ਇੱਕ ਜਗ੍ਹਾ ਤੇ ਆਪਸ 'ਚ ਰੁਕਿਆ। ਜੇ ਉਹ ਨਾ weight ਇਕੁਅਲ ਹੁੰਦਾ ਉਹਨੇ ਰੋਟੇਟ ਕਰਨਾ ਸੀਗਾ, ਥੋੜਾ ਜਿਹਾ ਰੋਟੇਟ ਉਹਨੇ ਜ਼ਰੂਰ ਕਰਨਾ ਸੀਗਾ। ਸਟੈਟਿਕ ਇੰਬੈਲੈਂਸ ਕਾਜ਼ ਦੀ ਵੀਲ ਟੂ ਬਾਉਂਸ ਐਟ ਈਚ ਰੈਵੋਲੂਸ਼ਨ। ਜਿਹੜਾ ਸਟੈਟਿਕ ਇੰਬੈਲੈਂਸ ਹੈ ਉਹ ਕੀ ਕਰਦਾ ਹੈ? ਹਰ ਰੈਵੋਲੂਸ਼ਨ ਤੋਂ ਬਾਅਦ ਵੀਲ ਨੂੰ ਬਾਉਂਸ ਕਰਾਉਂਦਾ ਹੈ। ਸਟੈਟਿਕ ਇਨਬੈਲੈਂਸ ਦਾ ਮਤਲਬ ਕੀ ਸੀਗਾ? ਵੀ ਜਿਹੜਾ ਤੁਸੀਂ ਲਾਸਟ ਇੱਕ ਮੈਂ ਤੁਹਾਨੂੰ ਵੀਡੀਓ ਦਿਖਾਈ ਸੀਗੀ, ਉਸ ਵੀਡੀਓ 'ਚ ਕੀ ਸੀਗਾ? ਰੁਕੋ ਤੁਹਾਨੂੰ ਦਿਖਾਣਾ। ਜੇ ਕੋਈ ਵੀਲ ਸਟੈਟਿਕਲੀ ਇਨਬੈਲੈਂਸਡ ਹੈ ਉਹਦੇ 'ਚ ਕੀ ਪ੍ਰੋਬਲਮ ਆਉਂਦੀ ਹੈ? ਉਹ ਪੂਰੀ ਇੱਕ ਤਰ੍ਹਾਂ ਰੋਟੇਟ ਨਹੀਂ ਕਰ ਪਾਉਂਦਾ ਸਟੈਟਿਕਲੀ। ਸਟੈਟਿਕਲੀ ਰੋਟੇਟ ਨਾ ਕਰਨ ਦਾ ਮਤਲਬ ਕੀ ਹੈ? ਇੱਕ ਵਾਰ ਦਿਖਾਈ ਦੇਣਾ ਤੁਹਾਨੂੰ ਸਟੈਟਿਕ ਵੀਲ ਬੈਲੈਂਸਿੰਗ ਦਾ ਕਿੱਦਾਂ। ਜੇ ਆਪਾਂ ਇਸ ਵੀਲ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਵੀਲ ਤੋਂ ਸਟਾਰਟਿੰਗ ਤੇ ਦੇਖਦੇ ਹਾਂ, ਇਹ ਦੇਖੋ ਵੀਲ ਜੰਪ ਕਰਦਾ ਪਿਆ। ਮਤਲਬ ਹਰ ਰੈਵੋਲੂਸ਼ਨ ਤੋਂ ਬਾਅਦ, ਹਰ ਇੱਕ ਗੇੜੇ ਤੋਂ ਬਾਅਦ ਉਹ ਜੰਪ ਕਰਦਾ ਪਿਆ। ਹਰ ਇੱਕ ਗੇੜੇ ਤੋਂ ਬਾਅਦ ਜੰਪ ਕਰਨ ਦਾ ਰੀਜ਼ਨ ਕੀ ਹੈ? ਵੀ ਉਹ ਵੀਲ ਜਿਹੜਾ ਉਹ ਸਟੈਟਿਕਲੀ ਇੰਬੈਲੈਂਸਡ ਹੈ। ਸਟੈਟਿਕਲੀ ਇੰਬੈਲੈਂਸ ਨੂੰ ਅਸੀਂ ਹੋਰ ਕਿੱਦਾਂ ਐਕਸਪਲੇਨ ਕਰ ਸਕਦੇ ਹਾਂ? ਜੇ ਆਪਾਂ ਗੱਲ ਕਰੀਏ ਸਟੈਟਿਕਲੀ ਇੰਬੈਲੈਂਸ ਨੂੰ ਦਿਖਾਉਣ ਵਾਸਤੇ ਇੱਕ ਤੁਹਾਨੂੰ ਮੈਂ ਵੀਡੀਓ ਹੋਰ ਦਿਖਾਣਾ ਜਿੱਥੋਂ ਤੁਹਾਨੂੰ ਕਲੀਅਰ ਹੋਏਗਾ ਸਟੈਟਿਕ ਇੰਬੈਲੈਂਸ ਕੀ ਹੈ। ਜੇ ਅਸੀਂ ਇਸ ਵੀਲ ਦੀ ਗੱਲ ਕਰਦੇ ਹਾਂ, ਇਹ ਵੀਲ ਜਿਹੜਾ ਹੈ ਇਹ ਸਟੈਟਿਕਲੀ ਇੰਬੈਲੈਂਸਡ ਹੈ। ਸਟੈਟਿਕਲੀ ਇੰਬੈਲੈਂਸ ਦਾ ਮਤਲਬ ਕੀ ਹੈ?
ਇਹ ਇਸ ਜਗ੍ਹਾ ਤੋਂ ਬੈਲੈਂਸ ਨਹੀਂ ਹੈ। ਜਿਹੜਾ ਗ੍ਰੀਨ ਵਾਲਾ ਪੋਰਸ਼ਨ ਹੈ, ਇੱਥੋਂ ਇਹ ਬੈਲੈਂਸ ਨਹੀਂ ਹੈ। ਜਦੋਂ ਇੰਨੇ ਸਲੋ ਸਪੀਡ ਤੇ ਘੁੰਮਣਾ ਹੈ, ਉਦੋਂ ਸਾਨੂੰ ਕੁਝ ਨਹੀਂ ਫੀਲ ਹੋਣਾ, ਉਦੋਂ ਏਦਾਂ ਹੀ ਲੱਗਣਾ ਵੀ ਵੀਲ ਬੈਲੈਂਸਡ ਹੈ। ਬਟ ਹੁਣ ਜਿੱਦਾਂ ਜਿੱਦਾਂ ਦੀ ਸਪੀਡ ਇੰਕਰੀਜ਼ ਕੀਤੀ, ਦੇਖੋ ਇਹ ਜਿੱਦਾਂ ਹੀ ਪੁਆਇੰਟ ਉੱਪਰ ਗਿਆ, ਇਹ ਨੀਚੋਂ ਵੀਲ ਉੱਪਰ ਚੱਕ ਹੋ ਗਿਆ। ਜਿੱਦਾਂ ਜਿੱਦਾਂ ਗ੍ਰੀਨ ਵਾਲਾ ਪੁਆਇੰਟ ਜਿਹੜਾ ਹੈ ਉਹ ਉੱਪਰ ਜਾਂਦਾ ਪਿਆ ਹੈ, ਉਹ ਗ੍ਰੀਨ ਵਾਲੇ ਪੁਆਇੰਟ ਉੱਪਰ ਜਾਣ ਦੇ ਨਾਲ ਕੀ ਹੁੰਦਾ ਪਿਆ ਹੈ, ਸਾਨੂੰ ਅਨਬੈਲੈਂਸਿੰਗ ਸ਼ੋ ਹੁੰਦੀ ਪਈ ਹੈ। ਇਹ ਦੇਖਿਓ, ਜਿੱਦਾਂ ਹੀ ਗ੍ਰੀਨ ਵਾਲਾ ਪੁਆਇੰਟ ਉੱਪਰ ਜਾਏਗਾ, ਇਹ ਨੀਚੋਂ ਗਰਾਊਂਡ ਲੈਵਲ ਤੋਂ ਉੱਪਰ ਲਿਫਟ ਕਰੇਗਾ। ਇਹ ਗ੍ਰੀਨ ਪੁਆਇੰਟ ਜਿੱਦਾਂ ਹੀ ਉੱਪਰ ਪਹੁੰਚਿਆ, ਨੀਚੋਂ ਵੀਲ ਉੱਪਰ ਲਿਫਟ ਹੋ ਗਿਆ। ਗ੍ਰੀਨ ਪੁਆਇੰਟ ਨੀਚੇ, ਵੀਲ ਨੀਚੇ, ਗ੍ਰੀਨ ਪੁਆਇੰਟ ਉੱਪਰ, ਵੀਲ ਉੱਪਰ। ਮਤਲਬ ਕੀ ਕਹਿੰਦੇ ਨੇ, ਜੇਕਰ ਕੋਈ ਵੀਲ ਸਟੈਟਿਕਲੀ ਇਨਬੈਲੈਂਸਡ ਹੈ, ਇਹੀ ਲਿਖਿਆ, ਸਟੈਟਿਕ ਇੰਬੈਲੈਂਸ ਕਾਜ਼es the wheel to bounce at each revolution। ਜਿਹੜਾ ਵੀਲ ਸਟੈਟਿਕ ਇੰਬੈਲੈਂਸ ਹੋਏਗਾ, ਉਹ ਹਰ ਇੱਕ ਰੈਵੋਲੂਸ਼ਨ ਤੋਂ ਬਾਅਦ, ਹਰ ਇੱਕ ਚੱਕਰ ਤੋਂ ਬਾਅਦ ਜੰਪ ਕਰੇਗਾ, ਬਾਉਂਸ ਕਰੇਗਾ। ਇਟ ਮੇ ਕੋਜ਼ ਟਾਇਰ ਵੀਅਰ ਐਂਡ ਲੋਸ ਆਫ ਕੰਟਰੋਲ ਔਨ ਵਹੀਕਲ। ਜੇਕਰ ਕੋਈ ਵੀਲ ਹਰ ਰੈਵੋਲੂਸ਼ਨ ਤੋਂ ਬਾਅਦ ਜੰਪ ਕਰਦਾ ਪਿਆ, ਬਾਉਂਸ ਕਰਦਾ ਪਿਆ, ਉਹਦੇ ਨਾਲ ਕੀ ਹੋਏਗਾ, ਟਾਇਰ ਵੀਅਰ ਹੋਏਗਾ। ਟਾਇਰ ਜਿਹੜਾ ਸਾਡਾ ਹੈ ਉਹ ਘਸਣਾ ਸਟਾਰਟ ਕਰ ਦੇਗਾ। ਐਂਡ ਲੋਸ ਆਫ ਕੰਟਰੋਲ ਔਨ ਵਹੀਕਲ, ਤੇ ਸਾਡਾ ਵਹੀਕਲ ਤੇ ਕੰਟਰੋਲ ਵੀ ਨਹੀਂ ਰਹੇਗਾ। ਇਹ ਆਪਾਂ ਉਹਨਾਂ ਨੇ ਇੱਕ ਤੁਹਾਨੂੰ ਥਰੂ ਡਾਇਗਰਾਮ ਦਿਖਾਇਆ ਵੀ ਜਿਹੜਾ ਸਟੈਟਿਕਲੀ ਅਨਬੈਲੈਂਸਡ ਵੀਲ ਹੈ ਉਹ ਕੀ ਕਰਦਾ ਹੈ। ਇਹ ਦੇਖੋ, ਇੱਥੇ ਵੇਟ ਸੀਗਾ, ਉਹ ਜਦੋਂ ਉੱਪਰ ਗਿਆ ਟਾਇਰ, ਉਹ ਟਾਇਰ ਜੰਪ ਕਰਕੇ ਇੱਥੇ ਤੱਕ ਪਹੁੰਚ ਗਿਆ, ਕਈ ਵਾਰੀ ਇੱਥੇ ਤੱਕ ਪਹੁੰਚ ਗਿਆ। ਜਦੋਂ ਨੀਚੇ ਆਇਆ, ਵੇਟ ਦੇ ਕਾਰਨ ਉਹ ਕਈ ਵਾਰੀ ਟਾਇਰ ਇੱਥੇ ਤੱਕ ਪਹੁੰਚ ਗਿਆ, ਕਈ ਵਾਰੀ ਟਾਇਰ ਇੱਥੇ ਤੱਕ ਪਹੁੰਚ ਗਿਆ। ਮਤਲਬ ਟਾਇਰ ਦੀ ਜਿਹੜੀ ਮੂਵਮੈਂਟ ਸੀਗੀ ਉਹ ਬਿਲਕੁਲ ਸਰਕੂਲਰ ਨਹੀਂ ਸੀਗੀ, ਕਦੀ ਉੱਪਰ ਜਾਂਦਾ ਸੀਗਾ, ਕਦੀ ਹੋਰ ਉੱਪਰ ਜਾਂਦਾ ਸੀਗਾ, ਕਦੀ ਨੀਚੇ ਆ ਜਾਂਦਾ ਸੀਗਾ, ਫਿਰ ਨੀਚੇ ਆ ਜਾਂਦਾ ਸੀਗਾ। ਇਹਨੂੰ ਬੈਲੈਂਸ ਕਰਨ ਦੇ ਲਈ ਅਸੀਂ ਕੀ ਕੀਤਾ, ਅਸੀਂ ਇਹਦੇ ਨਾਲ ਦਾ ਇੱਕ ਵੇਟ, ਜਿਹੜਾ ਵੇਟ ਨੀਚੇ ਪੈਂਦਾ ਪਿਆ ਸੀਗਾ, ਉਹਨੂੰ ਮੇਜਰ ਕਰਕੇ ਇੱਕ ਵੇਟ ਉੱਪਰ ਵੀ ਅਟੈਚ ਕਰਤਾ। ਇਹ ਦੇਖੋ, ਉੱਪਰ ਵੇਟ ਅਟੈਚ ਕਰਤਾ। ਇਹ ਵੇਟ ਅਟੈਚ ਕਰਨ ਦੇ ਨਾਲ ਕੀ ਹੋਇਆ, ਇਹ ਵੀਲ ਜਿਹੜਾ ਪੂਰੀ ਤਰ੍ਹਾਂ ਬੈਲੈਂਸ ਹੋ ਗਿਆ, ਸਟੈਟਿਕਲੀ ਬੈਲੈਂਸਡ ਹੋ ਗਿਆ। ਸਟੈਟਿਕ ਬੈਲੈਂਸਿੰਗ ਆਪਾਂ ਕਰਦੇ ਕਿੱਦਾਂ ਵਾ, above figure shows the rotation of a statically unbalanced wheel which has a weight W at one spot which causes unbalanced। ਕਹਿੰਦੇ ਜੇ ਆਪਾਂ ਉੱਪਰ ਵਾਲੀ ਇਮੇਜ ਦੀ ਗੱਲ ਕਰਦੇ ਆ ਨਾ, ਇਸ ਇਮੇਜ ਦੀ ਗੱਲ ਕਰਦੇ ਆ, ਤੇ ਇਹਦੇ ਚ ਉਹਨਾਂ ਨੇ ਕੀ ਦਿਖਾਇਆ ਹੈ, shows the rotation of a statically unbalanced wheel। ਉਹਨਾਂ ਨੇ ਇੱਕ ਸਾਨੂੰ ਰੋਟੇਸ਼ਨ ਦਿਖਾਈ ਹੈ, ਕਾਦੀ ਰੋਟੇਸ਼ਨ ਦਿਖਾਈ ਹੈ, ਇੱਕ ਅੱਧਾ ਦੇ ਵੀਲ ਦੀ ਜਿਹੜਾ ਸਟੈਟਿਕਲੀ ਅਨਬੈਲੈਂਸਡ ਹੈ। ਸਟੈਟਿਕਲੀ ਅਨਬੈਲੈਂਸਡ ਵੀਲ ਦੀ ਉਹਨਾਂ ਨੇ ਇੱਕ ਰੋਟੇਸ਼ਨ ਸਾਨੂੰ ਦਿਖਾਤੀ ਵੀ ਜਿਹੜਾ ਸਟੈਟਿਕਲੀ ਅਨਬੈਲੈਂਸਡ ਵੀਲ ਹੋਏਗਾ ਉਹ ਕਿੱਦਾਂ ਰੋਟੇਟ ਕਰੇਗਾ। ਉਹ ਏਦਾਂ ਰੋਟੇਟ ਕਰੇਗਾ, ਸਰਕੂਲਰ ਮੋਸ਼ਨ ਦੇ ਵਿੱਚ ਨਹੀਂ ਕਰੇਗਾ, ਕਦੀ ਉੱਪਰ ਕਦੀ ਡਾਊਨ ਏਦਾਂ ਮੂਵ ਕਰੇਗਾ। which has a weight W at one spot which causes unbalanced। ਉਹਦੇ ਚ ਕੀ ਹੈ, ਇੱਕ weight ਹੈ W ਜਿਹੜਾ ਅਨਬੈਲੈਂਸਿੰਗ ਕਰਦਾ ਪਿਆ। ਇਸ weight ਦੇ ਕਾਰਨ ਅਨਬੈਲੈਂਸਿੰਗ ਹੁੰਦੀ ਪਈ ਹੈ, ਕੋਈ ਹੋਰ ਕਾਰਨ ਨਹੀਂ ਹੈ ਅਨਬੈਲੈਂਸਿੰਗ ਹੋਣ ਦਾ। ਇਹ W weight ਜਿਹੜਾ ਹੈ ਇਹ ਰਿਸਪੌਂਸਿਬਲ ਹੈ ਅਨਬੈਲੈਂਸਿੰਗ ਦੇ ਲਈ। ਇਹਨੂੰ ਠੀਕ ਕਰਨ ਦੇ ਲਈ ਸਾਨੂੰ ਕੀ ਕਰਨਾ ਪਏਗਾ, ਦੀ weight causes the assembly to move in up and down bouncing action is called wheel tramp। The weight causes the assembly to move in up and down bouncing action called wheel tramp। ਕਹਿੰਦੇ ਜਦੋਂ ਕੋਈ weight ਦੇ ਕਾਰਨ, ਕਿਸੇ weight ਦੇ ਕਾਰਨ ਜਿਹੜੀ wheel assembly ਹੈ ਉਹ up and down move ਕਰੇ, ਇੱਕ ਤਰ੍ਹਾਂ ਬਾਉਂਸਿੰਗ ਐਕਸ਼ਨ ਪੈਦਾ ਕਰੇ, ਉਹਨੂੰ ਅਸੀਂ ਕਹਿੰਦੇ ਆ wheel tramp। ਜਦੋਂ ਏਦਾਂ ਦੀ ਪ੍ਰੋਬਲਮ ਆਉਣ ਲੱਗ ਪਵੇ ਕਿਸੇ ਵੀ ਵਹੀਕਲ ਦੇ ਵਿੱਚ, ਉਹਨੂੰ ਅਸੀਂ wheel tramp ਦਾ ਨਾਮ ਦਿੰਦੇ ਆ ਵੀ ਸਾਡਾ ਜਿਹੜਾ wheel ਹੈ ਉਹ ਟਰੈਂਪ ਕਰਨ ਲੱਗ ਪਿਆ। ਠੀਕ ਹੈ, ਹੁਣ ਇਹ ਪਤਾ ਲੱਗ ਗਿਆ ਸਾਨੂੰ ਵੀ ਵੀਲ ਜਿਹੜਾ ਸੀਗਾ ਉਹ ਸਟੈਟਿਕਲੀ ਅਨਬੈਲੈਂਸਡ ਸੀਗਾ, ਉਹਨੂੰ ਬੈਲੈਂਸ ਕਿੱਦਾਂ ਕੀਤਾ, weight ਅਟੈਚ ਕਰਕੇ। ਬਟ ਅਸੀਂ ਚੈੱਕ ਕਿੱਦਾਂ ਕਰਦੇ ਹਾਂ ਵੀਲ ਬੈਲੈਂਸਡ ਹੈ ਜਾਂ ਨਹੀਂ ਬੈਲੈਂਸਡ, ਉਹਦੇ ਵਾਸਤੇ ਆਪਾਂ ਯੂਜ਼ ਕਰਦੇ ਹਾਂ ਸਟੈਟਿਕ ਬੈਲੈਂਸਰ। ਇਹਨੂੰ ਅਸੀਂ ਕਹਿੰਦੇ ਹਾਂ ਸਟੈਟਿਕ ਬੈਲੈਂਸਰ। ਸਟੈਟਿਕ ਬੈਲੈਂਸਰ ਦੇ ਵਿੱਚ ਕੀ ਹੈ, ਇੱਕ ਇੱਧਰ ਐਕਸਲ ਹੈ, ਇੱਕ ਇੱਧਰ ਐਕਸਲ ਹੈ, ਇਹਦੇ 'ਚ ਆਪਾਂ ਵੀਲ ਅਸੈਂਬਲੀ ਨੂੰ ਫਿੱਟ ਕਰਤਾ। ਵੀਲ ਅਸੈਂਬਲੀ ਨੂੰ ਫਿੱਟ ਕਰਕੇ ਅਸੀਂ ਵੀਲ ਨੂੰ ਘੁਮਾਵਾਂਗੇ ਤੇ ਫਿਰ ਸਾਨੂੰ ਪਤਾ ਲੱਗੇਗਾ ਵੀਲ ਬੈਲੈਂਸਡ ਹੈ ਜਾਂ ਨਹੀਂ ਬੈਲੈਂਸਡ। ਕੁਛ ਨਹੀਂ, ਕੋਈ ਮਸ਼ੀਨ ਨਹੀਂ ਯੂਜ਼ ਕਰਨੀ, ਕੋਈ ਕੁਛ ਨਹੀਂ ਯੂਜ਼ ਕਰਨਾ, ਸਿੰਪਲ ਦੋ ਐਕਸਲ ਨੇ, ਦੋ ਰੋਡ ਨੇ, ਉਹਨਾਂ ਦੇ ਵਿਚਕਾਰ ਅਸੀਂ ਵੀਲ ਨੂੰ ਫਿੱਟ ਕਰਨਾ ਆਪਣੇ। ਟੂ ਬੈਲੈਂਸ ਦਿਸ weight, ਇਸ weight ਨੂੰ ਬੈਲੈਂਸ ਕਰਨ ਦੇ ਲਈ ਦੀ ਅਸੈਂਬਲੀ ਇਜ਼ ਪੁੱਟ ਔਨ ਅ ਸਟੈਟਿਕ ਬੈਲੈਂਸਰ ਐਜ਼ ਸ਼ੋਨ ਇਨ ਅਬਵ ਫਿਗਰ। ਇਹ ਉੱਪਰ ਜਿਹੜੀ ਫਿਗਰ ਹੈ ਉਹਦੇ 'ਚ ਤੁਹਾਨੂੰ ਕਿੱਦਾਂ ਦਿਖਾਇਆ ਉਹਨਾਂ ਨੇ ਵੀ, ਮਤਲਬ ਇੱਕ ਆਪਾਂ ਵੀਲ ਨੂੰ ਇੱਕ ਸਟੈਟਿਕ ਬੈਲੈਂਸਰ ਤੇ ਫਿੱਟ ਕਰਤਾ ਜਿੱਦਾਂ ਕਿ ਫਿਗਰ 'ਚ ਦਿਖਾਇਆ ਹੈ, ਆਫਟਰ ਕਲੀਨਿੰਗ ਇਟ ਪ੍ਰੋਪਰਲੀ। ਇਸ ਗੱਲ ਦਾ ਖਿਆਲ ਰੱਖਣਾ ਹੈ ਜਦੋਂ ਵੀ ਵੀਲ ਬੈਲੈਂਸਿੰਗ ਕਰਨੀ ਹੈ, ਵੀਲ ਬੈਲੈਂਸਿੰਗ ਕਰਨ ਤੋਂ ਪਹਿਲਾਂ ਵੀਲ ਨੂੰ ਕਲੀਨ ਕਰਨਾ ਹੈ। ਕਿਉਂ ਕਲੀਨ ਕਰਨਾ ਹੈ, ਕਿਉਂਕਿ ਵੀਲ ਦੇ ਉੱਪਰ ਜੇ ਕੋਈ ਮਿੱਟੀ ਵਗੈਰਾ ਲੱਗੀ ਹੈ, ਕੱਟਾ ਵਗੈਰਾ ਲੱਗਾ ਹੈ, ਜਾਂ ਵੀਲ ਦੇ ਉੱਤੇ ਕੋਈ ਹੋਰ ਚੀਜ਼ ਲੱਗੀ ਹੈ, ਉਹਨੂੰ ਅਸੀਂ ਸਾਫ਼ ਕਰ ਸਕੀਏ।
ਸਾਫ਼ ਕਰਨ ਦੇ ਨਾਲ ਕੀ ਹੋਏਗਾ, ਜਿਹੜੇ ਉੱਤੇ ਐਕਸਟਰਾ weight ਵਗੈਰਾ ਅਟੈਚ ਹੋਏਗਾ ਉਹ ਉਤਰ ਜਾਏਗਾ। ਮਤਲਬ ਜਿਹੜੀ ਕੋਈ ਮਿੱਟੀ ਵਗੈਰਾ ਜਾਂ ਕੱਟਾ ਵਗੈਰਾ ਅਟੈਚ ਸੀਗਾ, ਜਾਂ ਇਸ ਤੋਂ ਇਲਾਵਾ ਕੋਈ ਪੱਥਰ ਵਗੈਰਾ ਫਸੇ ਸੀਗੇ ਟਾਇਰਾਂ ਦੇ ਵਿੱਚ, ਜਾਂ ਹੋਰ ਕੋਈ ਗਰੀਸ ਆਇਲ ਕੁਝ ਵੀ ਲੱਗਾ ਸੀਗਾ ਟਾਇਰਾਂ ਨੂੰ, ਉਹ ਉਤਰ ਜਾਏਗਾ। ਉਹਦੇ ਉਤਰਨ ਨਾਲ ਕੀ ਹੋਏਗਾ, ਜਿਹੜਾ ਐਕਸਟਰਾ weight ਸੀਗਾ ਉਹ ਰਿਮੂਵ ਹੋ ਗਿਆ। ਨਾਓ ਦੀ ਵੀਲ ਇਜ਼ ਰੋਟੇਟਡ ਐਂਡ ਅਲਾਉਡ ਟੂ ਕਮ ਐਟ ਰੈਸਟ। ਫਿਰ ਕੀ ਕੀਤਾ ਜਾਏਗਾ, ਇਸ ਵੀਲ ਨੂੰ ਘੁਮਾਇਆ ਜਾਏਗਾ, ਘੁਮਾਉਣ ਤੋਂ ਬਾਅਦ ਛੱਡ ਦਿੱਤਾ ਜਾਏਗਾ ਤੇ ਉਹਨੂੰ ਵੀਲ ਨੂੰ ਰੁਕਣ ਦਿੱਤਾ ਜਾਏਗਾ। ਵੀਲ ਨੂੰ ਆਪਾਂ ਇੱਕ ਵਾਰ ਰੈਵੋਲੂਸ਼ਨ ਦੇ ਦਾਂਗੇ ਹੱਥ ਦੇ ਨਾਲ, ਉਸ ਤੋਂ ਬਾਅਦ ਵੀਲ ਨੂੰ ਰੋਕਿਆ ਜਾਏਗਾ। ਇਟ ਵਿਲ ਸਟਾਪ ਵਿਦ ਦੀ ਹੈਵੀਅਰ ਸਾਈਡ ਡਾਊਨਵਰਡਸ। ਫਿਰ ਕੀ ਹੋਏਗਾ, ਵੀਲ ਜਦੋਂ ਰੁਕੇਗਾ ਤੇ ਜਿਹੜੀ ਭਾਰੀ ਸਾਈਡ ਹੈ ਨਾ ਵੀਲ ਦੀ, ਉਹ ਨੀਚੇ ਨੂੰ ਮਤਲਬ ਡਾਊਨਵਰਡਸ ਜਿਹੜੀ ਹੈ ਉਹ ਰੁਕੇਗੀ। ਜਦੋਂ ਵੀ ਵੀਲ ਨੂੰ ਅਸੀਂ ਘੁਮਾਣਾ ਹੈ, ਵੀਲ ਦੀ ਜਿਹੜੀ ਹੈਵੀਅਰ ਸਾਈਡ ਹੈ ਉਹਨੇ ਡਾਊਨਵਰਡਸ ਰੁਕਣਾ ਹੈ, ਨੀਚੇ ਰੁਕਣਾ ਹੈ। ਠੀਕ ਹੈ ਜੀ। ਨਾਓ ਟੂ ਬੈਲੈਂਸਿੰਗ weights ਆਰ ਫਿਕਸਡ ਐਟ ਆਪੋਜ਼ਿਟ ਸਾਈਡ ਆਫ ਦੀ ਹੈਵੀਅਰ ਪੁਆਇੰਟ। ਜਦੋਂ ਅਸੀਂ ਵੀਲ ਨੂੰ ਕਿਸੇ ਐਕਸਲ ਤੇ ਰੱਖ ਕੇ ਘੁਮਾਇਆ, ਵੀਲ ਆਪਣੇ ਆਪ ਰੁਕੇਗਾ। ਜਦੋਂ ਵੀਲ ਆਪਣੇ ਆਪ ਰੁਕੇਗਾ, ਜਿਹੜਾ ਹੈਵੀ ਵਾਲੀ ਸਾਈਡ ਹੋਏਗੀ ਉਹ ਨੀਚੇ ਆ ਕੇ ਰੁਕੇਗੀ। ਇਹ ਤੇ ਸੋ ਓਬਵੀਅਸ ਹੈ, ਤੇ ਸਾਨੂੰ ਪਤਾ ਹੀ ਹੈ ਵੀ ਜਦੋਂ ਅਸੀਂ ਕਿਸੇ ਚੀਜ਼ ਨੂੰ ਘੁਮਾਉਂਦੇ ਹਾਂ, ਜਿਹੜੀ ਭਾਰੀ ਚੀਜ਼ ਹੁੰਦੀ ਹੈ ਉਹ weight ਦੇ ਕਾਰਨ ਨੀਚੇ ਆ ਕੇ ਰੁਕ ਜਾਂਦੀ ਹੈ। ਫਿਰ ਅਸੀਂ ਕੀ ਕਰਾਂਗੇ, ਦੋ ਬੈਲੈਂਸਿੰਗ weight ਲਵਾਂਗੇ ਤੇ ਜਿਹੜੀ ਸਾਈਡ ਤੇ ਆ ਕੇ ਵੀਲ ਨੀਚੇ ਰੁਕਿਆ ਸੀਗਾ, ਯਾਨੀ ਕਿ ਹੈਵੀਅਰ ਪੁਆਇੰਟ ਜਿਹੜਾ ਸੀਗਾ, ਉਹਦੇ ਆਪੋਜ਼ਿਟ ਡਾਇਰੈਕਸ਼ਨ ਮਤਲਬ ਉੱਪਰ ਵਾਲੇ ਪਾਸੇ ਅਸੀਂ ਦੋਨੋਂ weight ਜਿਹੜੇ ਨੇ ਉਹ ਅਟੈਚ ਕਰਾਂਗੇ। One of the weight is fixed at inside of the wheel and other is outside. Now the wheel is statically unbalanced. ਇਹ ਅਸੀਂ weight ਕਿੱਦਾਂ ਅਟੈਚ ਕਰਾਂਗੇ, ਇੱਕ ਅਸੀਂ ਅੰਦਰ ਦੇ ਪਾਸੇ weight ਅਟੈਚ ਕਰਾਂਗੇ, ਇੱਕ ਅਸੀਂ ਬਾਹਰ ਦੇ ਪਾਸੇ weight ਅਟੈਚ ਕਰਾਂਗੇ। weight ਅਟੈਚ ਕਿੱਦਾਂ ਕਰਦੇ ਆ, ਉਹ ਅਸੀਂ ਜਦੋਂ ਇੱਕ ਵਾਰ ਕਾਲਜ ਪ੍ਰੈਕਟੀਕਲ ਕਰਾਂਗੇ wheel balancing ਦਾ, ਉਦੋਂ ਤੁਹਾਨੂੰ ਸਮਝਾਇਆ ਜਾਏਗਾ weight ਨੂੰ ਕਿੱਦਾਂ ਅਟੈਚ ਕੀਤਾ ਜਾਂਦਾ ਹੈ ਤੇ weight ਨੂੰ ਕਿੱਦਾਂ ਰਿਮੂਵ ਕੀਤਾ ਜਾਂਦਾ ਹੈ। ਠੀਕ ਹੈ, ਇੱਕ ਟੂਲ ਆਂਦਾ ਸਪੈਸ਼ਲ, ਉਹੀ weight ਨੂੰ ਨਾਲ ਅਟੈਚ ਕਰਦਾ ਹੈ। ਉਹ ਐਜ਼ ਏ ਪਲਾਸ ਦਾ ਕੰਮ ਵੀ ਕਰਦਾ ਹੈ, ਪਲਾਇਰ ਦਾ ਕੰਮ ਵੀ ਕਰਦਾ ਹੈ, ਤੇ ਨਾਲ ਐਜ਼ ਏ ਹੈਮਰ ਦਾ ਕੰਮ ਵੀ ਕਰਦਾ ਹੈ। ਉਹਦੇ ਨਾਲ ਹੀ ਅਸੀਂ weight ਨੂੰ ਰਿਮੂਵ ਕਰਦੇ ਹਾਂ ਤੇ ਉਹਦੇ ਨਾਲ ਹੀ ਅਸੀਂ weight ਨੂੰ ਹਟਾਉਂਦੇ ਹਾਂ ਤੇ ਚੜਾਉਂਦੇ ਹਾਂ। ਠੀਕ ਹੈ, ਮਤਲਬ ਜਿਹੜਾ ਪਾਸਾ ਭਾਰਾ ਸੀਗਾ ਉਹਦੇ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਅਸੀਂ ਦੋ weight ਅਟੈਚ ਕਰਤੇ, ਇੱਕ ਅੰਦਰ ਸਾਈਡ ਤੇ ਇੱਕ ਬਾਹਰ ਸਾਈਡ ਤੇ ਏਦਾਂ ਕੀ ਹੋਇਆ, ਸਾਡਾ ਜਿਹੜਾ ਵੀਲ ਸੀਗਾ ਉਹ ਸਟੈਟਿਕਲੀ ਬੈਲੈਂਸਡ ਹੋ ਗਿਆ। ਹੁਣ ਆਪਾਂ ਗੱਲ ਕਰਦੇ ਹਾਂ ਡਾਇਨਾਮਿਕ ਬੈਲੈਂਸਿੰਗ ਦੀ। ਡਾਇਨਾਮਿਕ ਬੈਲੈਂਸਿੰਗ ਸਟੈਟਿਕ ਬੈਲੈਂਸਿੰਗ ਤੋਂ ਅਲੱਗ ਹੈ। ਡਾਇਨਾਮਿਕ ਬੈਲੈਂਸਿੰਗ ਦੇ ਵਿੱਚ ਅਸੀਂ ਕੀ ਪੜ੍ਹਦੇ ਹਾਂ ਵੀ ਵੀਲ ਨੂੰ ਡਾਇਨਾਮਿਕਲੀ ਬੈਲੈਂਸ ਕਿੱਦਾਂ ਕੀਤਾ ਜਾਂਦਾ ਹੈ। ਡਾਇਨਾਮਿਕ ਬੈਲੈਂਸਿੰਗ ਕੀ ਹੁੰਦੀ ਹੈ, ਜਿਹੜੀ ਡਾਇਨਾਮਿਕ ਬੈਲੈਂਸਿੰਗ ਹੈ ਉਹ ਸਟੈਟਿਕ ਬੈਲੈਂਸਿੰਗ ਤੋਂ ਅਲੱਗ ਹੈ। ਸਟੈਟਿਕ ਬੈਲੈਂਸਿੰਗ ਸੀਗੀ ਜਿਹੜੀ ਵੀਲ ਜਦੋਂ ਰੁਕਿਆ ਹੋਇਆ ਸੀਗਾ, ਸਟੈਟਿਕ ਮੋਸ਼ਨ ਸਟੈਟਿਕ ਪੋਜੀਸ਼ਨ ਦੇ ਵਿੱਚ ਸੀਗਾ, ਉਦੋਂ ਬੈਲੈਂਸ ਕਰਨਾ। ਡਾਇਨਾਮਿਕ ਮਤਲਬ ਹੈ ਮੂਵ, ਡਾਇਨਾਮਿਕ ਦਾ ਮਤਲਬ ਹੁੰਦਾ ਮੂਵ ਹੁੰਦੀ ਵੀ, ਜਦੋਂ ਕੋਈ ਚੀਜ਼ ਮੂਵ ਹੁੰਦੀ ਪਈ ਹੈ ਉਦੋਂ ਕਿੱਦਾਂ ਕਿੱਦਾਂ ਅਸੀਂ ਬੈਲੈਂਸਿੰਗ ਕਰਦੇ ਹਾਂ, ਉਹ ਵੀ ਤੁਹਾਨੂੰ ਦਿਖਾ ਦਿੰਦਾ ਇੱਕ ਵਾਰੀ। ਹੁਣ ਮੈਂ ਇਹਦੇ 'ਚ ਤੁਸੀਂ ਪਹਿਲੇ ਦੇਖਿਆ ਸੀਗਾ ਸਟੈਟਿਕ ਅਨਬੈਲੈਂਸਿੰਗ ਕੀ ਹੈ। ਸਟੈਟਿਕ ਅਨਬੈਲੈਂਸ ਤੁਸੀਂ ਦੇਖ ਲਿਆ। ਸਟੈਟਿਕ ਅਨਬੈਲੈਂਸ ਦੇ ਵਿੱਚ ਵੀਲ ਏਦਾਂ ਮੂਵ ਕਰਦਾ ਸੀਗਾ। ਜਿਹੜਾ ਡਾਇਨਾਮਿਕ ਅਨਬੈਲੈਂਸ ਹੁੰਦਾ ਨਾ, ਡਾਇਨਾਮਿਕ ਅਨਬੈਲੈਂਸ ਦੇ ਵਿੱਚ ਵੀਲ ਏਦਾਂ ਨਹੀਂ ਮੂਵ ਕਰਦਾ। ਉਹਦੇ 'ਚ ਵੀਲ ਦੇ ਮੂਵ ਕਰਨ ਦਾ ਪੈਟਰਨ ਅਲੱਗ ਹੋ ਜਾਂਦਾ ਹੈ। ਇਹ ਦੇਖੋ ਡਾਇਨਾਮਿਕ ਇਨਬੈਲੈਂਸ, ਇਹ ਜਿਹੜੀ ਉਹਦੀ ਐਕਸਿਸ ਆਫ ਰੋਟੇਸ਼ਨ ਹੈ, ਜਿਹੜੀ ਲਾਈਨ ਹੈ ਪਰਪੈਂਡੀਕੂਲਰ ਟੂ ਦੀ ਐਕਸਿਸ ਆਫ ਰੋਟੇਸ਼ਨ, ਐਕਸਿਸ ਆਫ ਰੋਟੇਸ਼ਨ ਇਹ ਸੀਗੀ, ਇਹਦੇ ਪਰਪੈਂਡੀਕੂਲਰ ਜਿਹੜੀ ਲਾਈਨ ਹੈ ਨਾ, ਉਹਦੇ ਅਗੇਂਸਟ ਜਦੋਂ ਵਹੀਕਲ ਆਪਣਾ ਮੂਵ, ਟਾਇਰ ਆਪਣਾ ਸਹੀ ਤਰ੍ਹਾਂ ਮੂਵ ਨਾ ਕਰੇ, ਉਹਨੂੰ ਅਸੀਂ ਕਹਿੰਦੇ ਹਾਂ ਡਾਇਨਾਮਿਕ ਇਨਬੈਲੈਂਸ। ਜੇ ਆਪਾਂ ਡਾਇਨਾਮਿਕ ਇਨਬੈਲੈਂਸ ਨੂੰ ਦੇਖਣਾ ਹੋਏਗਾ, ਡਾਇਨਾਮਿਕ ਇਨਬੈਲੈਂਸ ਤੁਹਾਨੂੰ ਦਿਖਾਉਣਾ ਕਿੱਦਾਂ ਹੋਏਗਾ। ਇਹ ਹੁਣ ਇੱਕ ਵੀਡੀਓ ਦੇ ਥਰੂ ਤੁਹਾਨੂੰ ਦਿਖਾਵਾਂਗੇ ਵੀ ਡਾਇਨਾਮਿਕ ਇਨਬੈਲੈਂਸਿੰਗ ਕਿੱਦਾਂ ਹੁੰਦੀ ਹੈ। ਇਹ ਦੇਖੋ ਵਹੀਕਲ ਆਪਣਾ ਟਾਇਰ ਘੁੰਮਿਆ, ਇਹ ਦੇਖੋ ਵੀਲ ਜਿਹੜਾ ਉਹ ਵੋਬਲ ਕਰਨ ਲੱਗ ਪਿਆ। ਉਹਦੇ ਚ ਕੀ ਸੀਗਾ, ਉਹਦੇ ਚ ਵੀਲ ਬਾਉਂਸ ਕਰਦਾ ਪਿਆ ਸੀਗਾ, ਇਹਦੇ ਚ ਵੀਲ ਕੀ ਕਰਦਾ ਪਿਆ, ਵੋਬਲ ਕਰਦਾ ਪਿਆ। ਇਹ ਚੀਜ਼ ਹੁੰਦੀ ਡਾਇਨਾਮਿਕ ਅਨਬੈਲੈਂਸਿੰਗ। ਕਦੀ ਵੀਲ ਉਧਰ ਨੂੰ ਜਾਂਦਾ ਪਿਆ, ਕਦੀ ਵੀਲ ਇੱਧਰੋਂ ਬਾਹਰ ਨੂੰ ਆਉਂਦਾ ਪਿਆ। ਇਸ ਚੀਜ਼ ਨੂੰ ਅਸੀਂ ਡਾਇਨਾਮਿਕ ਅਨਬੈਲੈਂਸ ਕਹਿੰਦੇ ਹਾਂ। ਇਹਨੂੰ ਕਿੱਦਾਂ ਠੀਕ ਕੀਤਾ ਜਾਂਦਾ ਹੈ, ਇਹਦੇ ਲਈ ਵੀ weight ਪਾਏ ਜਾਂਦੇ ਨੇ, weight ਪਾ ਕੇ ਠੀਕ ਕੀਤਾ ਜਾਂਦਾ ਹੈ। ਇਹਦੇ ਵਾਸਤੇ ਜਿਹੜਾ ਸਟੈਟਿਕ ਅਨਬੈਲੈਂਸਿੰਗ ਸੀਗੀ ਉਹ ਆਪਾਂ ਨੋਰਮਲ ਇੱਕ ਐਕਸਲ ਤੇ ਫਿੱਟ ਕਰਕੇ ਕਰਤੀ ਸੀਗੀ, ਪਰ ਜਿਹੜੀ ਡਾਇਨਾਮਿਕ ਅਨਬੈਲੈਂਸਿੰਗ ਹੁੰਦੀ ਹੈ ਉਹ ਕਿਸੇ ਆਪਾਂ ਐਕਸਲ ਤੇ ਨਹੀਂ ਫਿੱਟ ਕਰਦੇ। ਉਹਦੇ ਵਾਸਤੇ ਇੱਕ ਸਪੈਸ਼ਲ ਮਸ਼ੀਨ ਆਉਂਦੀ ਹੈ ਜਿਹਨੂੰ ਅਸੀਂ ਬੈਲੈਂਸਿੰਗ ਮਸ਼ੀਨ ਕਹਿੰਦੇ ਹਾਂ। ਆਪਣੇ ਕੋਲ ਮਸ਼ੀਨ ਅਵੇਲੇਬਲ ਹੈ, ਅਸੀਂ ਉਹਦੇ ਤੇ ਡਾਇਨਾਮਿਕ ਇਨਬੈਲੈਂਸਿੰਗ ਕਰਕੇ ਤੁਹਾਨੂੰ ਦਿਖਾਵਾਂਗੇ ਵੀ ਡਾਇਨਾਮਿਕ ਬੈਲੈਂਸਿੰਗ ਕਿੱਦਾਂ ਕੀਤੀ ਜਾਂਦੀ ਹੈ। ਸੋ ਇਹ ਜਸਟ ਵੀਡੀਓ ਤੁਹਾਨੂੰ ਦਿਖਾਉਣ ਵਾਸਤੇ ਸੀ ਵੀ ਕਿੱਦਾਂ ਕਰਦੇ ਆ। ਹੁਣ ਅੱਗੋਂ ਆਪਾਂ ਸਟੱਡੀ ਕੰਟੀਨਿਊ ਕਰਦੇ ਆ। ਡਾਇਨਾਮਿਕ ਬੈਲੈਂਸਿੰਗ ਇਜ਼ ਦੀ ਇਕੁਅਲ weight distribution on each side of the tire center line perpendicular ਦੀ axis of rotation।
ਕਹਿੰਦੇ ਡਾਇਨਾਮਿਕ ਵੀਲ ਬੈਲੈਂਸਿੰਗ ਕੀ ਹੈ? ਡਾਇਨਾਮਿਕ ਵੀਲ ਬੈਲੈਂਸਿੰਗ ਹੈ ਇਕੁਅਲ weight distribution of weight on each side of the tire center line। ਜਿਹੜੀ ਟਾਇਰ ਦੀ ਸੈਂਟਰ ਲਾਈਨ ਹੈ, ਟਾਇਰ ਦੀ ਸੈਂਟਰ ਲਾਈਨ ਅਸੀਂ ਕਿਹਨੂੰ ਕਹਿੰਦੇ ਆ? ਜਿਹੜੀ ਲਾਈਨ ਐਕਸਿਸ ਆਫ ਰੋਟੇਸ਼ਨ ਦੇ ਪਰਪੈਂਡੀਕੂਲਰ ਹੈ। ਮੰਨ ਲਓ ਟਾਇਰ ਸੀਗਾ, ਟਾਇਰ ਦੇ ਐਦਾਂ ਸੈਂਟਰ ਚੋਂ ਜਿਹੜੀ ਲਾਈਨ ਪਾਸ ਕਰਦੀ ਪਈ ਸੀਗੀ, ਸਟ੍ਰੇਟ ਲਾਈਨ ਜਿਹੜੀ ਸੈਂਟਰ ਚੋਂ ਪਾਸ ਕਰਦੀ ਪਈ ਸੀਗੀ, ਉਹਨੂੰ ਅਸੀਂ ਕਹਿਤਾ ਟਾਇਰ ਦੀ ਸੈਂਟਰ ਲਾਈਨ। ਜਦੋਂ ਉਹਦੇ ਅਲੋਂਗ weight distribution ਇਕੁਅਲ ਹੋਵੇ, ਉਹਨੂੰ ਅਸੀਂ ਕਹਿੰਦੇ ਆ ਡਾਇਨਾਮਿਕ ਵੀਲ ਬੈਲੈਂਸਿੰਗ। ਉਹਦੇ ਅਗੇਂਸਟ ਜਦੋਂ ਇਕੁਅਲ weight distribution ਦੇ ਨਾਲ ਸਾਡੀ ਵਹੀਕਲ ਜਿਹੜੀ ਚੱਲੇ, ਉਹਨੂੰ ਅਸੀਂ ਕਹਿੰਦੇ ਆ ਡਾਇਨਾਮਿਕ ਵੀਲ ਬੈਲੈਂਸਿੰਗ। If the wheel is statically balanced, it is not necessary that it is dynamically unbalanced। ਇਸ ਗੱਲ ਨੂੰ ਯਾਦ ਰੱਖਣਾ ਹੈ। If the wheel is statically balanced, ਜੇ ਕੋਈ wheel ਇੱਕ ਉਹਨੂੰ ਅਸੀਂ statically balanced ਕਰਤਾ ਹੈ, it is not necessary that it is dynamically unbalanced। ਤੇ ਇਹ ਜ਼ਰੂਰੀ ਨਹੀਂ ਹੋਏਗਾ ਵੀ ਉਹ dynamically unbalanced ਹੋਏਗਾ। That is statically balanced wheel can be dynamically unbalanced। ਮਤਲਬ ਜਿਹੜੇ wheel ਦੀ ਅਸੀਂ static ਬੈਲੈਂਸਿੰਗ ਕਰਤੀ, ਉਹਦੀ ਡਾਇਨਾਮਿਕ ਅਨਬੈਲੈਂਸਿੰਗ ਹੋ ਸਕਦੀ ਹੈ। ਮਤਲਬ ਜਿਹੜਾ ਅਸੀਂ ਪਹਿਲੇ ਪੜਿਆ ਸੀਗਾ, ਇੱਕ ਵੀਲ ਸੀਗਾ, ਉਹਨੂੰ ਅਸੀਂ ਸਟੈਟਿਕਲੀ ਬੈਲੈਂਸਡ ਕਰਤਾ, ਬਿਨਾਂ ਮਸ਼ੀਨ ਤੋਂ ਬੈਲੈਂਸ ਕਰਤਾ, ਬਿਨਾਂ ਮਸ਼ੀਨ ਤੋਂ ਉਹਨੂੰ ਘੁਮਾਇਆ ਐਕਸਲ ਤੇ ਰੱਖ ਕੇ, ਉਹ ਜਿਹੜਾ ਭਾਰਾ ਪਾਰਟ ਸੀਗਾ ਉਹ ਨੀਚੇ ਆ ਗਿਆ, ਦੂਜੇ ਪਾਸੇ ਅਸੀਂ weight ਅਟੈਚ ਕਰਤੇ, ਆਪਾਂ ਕਹਿਤਾ ਵੀਲ ਸਟੈਟਿਕਲੀ ਬੈਲੈਂਸਡ ਹੋ ਗਿਆ। ਬਟ ਡਾਇਨਾਮਿਕਲੀ ਉਹ ਬੈਲੈਂਸਡ ਹੈ ਜਾਂ ਨਹੀਂ ਬੈਲੈਂਸਡ, ਇਹ ਅਸੀਂ ਨਹੀਂ ਕਹਿ ਸਕਦੇ। ਉਹਨੂੰ ਅਸੀਂ ਚੈੱਕ ਕਰਕੇ ਫੇਰ ਹੀ ਕਹਿ ਸਕਦੇ ਹਾਂ। ਮਤਲਬ ਜਿਹੜਾ ਸਟੈਟਿਕ ਬੈਲੈਂਸਡ ਵੀਲ ਹੈ, ਉਹ ਡਾਇਨਾਮਿਕਲੀ ਅਨਬੈਲੈਂਸਡ ਵੀ ਹੋ ਸਕਦਾ ਹੈ। This unbalance may cause the wheels to vibrate or wobble। wobble ਤੁਹਾਨੂੰ ਦਿਖਾਤਾ ਕੀ ਹੁੰਦਾ ਹੈ। wobbling ਜਿਹੜੀ ਹੈ ਉਹ ਤੁਸੀਂ ਵੀਡੀਓ 'ਚ ਦੇਖੀ ਸੀਗੀ, ਜਦੋਂ ਟਾਇਰ ਏਦਾਂ ਦਾ ਹਿਲਦਾ ਹੈ, ਉਹਨੂੰ ਅਸੀਂ wobbling ਕਹਿੰਦੇ ਆ। This unbalance may cause the wheels to vibrate। ਇਹਦੇ ਨਾਲ ਕੀ ਹੋਏਗਾ? ਇਹ ਜਿਹੜੀ ਡਾਇਨਾਮਿਕ ਅਨਬੈਲੈਂਸਿੰਗ ਹੈ, ਇਹ ਕੀ ਕਰੇਗੀ? wheels ਨੂੰ ਵਾਈਬ੍ਰੇਟ ਕਰਾਏਗੀ ਜਾਂ ਫਿਰ wobbling ਕਰਾਏਗੀ। This wobbling increases with the increase the speed of vehicle। ਜਿੱਦਾਂ ਜਿੱਦਾਂ ਵਹੀਕਲ ਦੀ ਸਪੀਡ ਇੰਕਰੀਜ਼ ਕਰੇਗੀ, ਉਦਾਂ ਉਦਾਂ ਵੋਬਲਿੰਗ ਵੀ ਇੰਕਰੀਜ਼ ਕਰੇਗੀ। This type of unbalance causes excessive wear of tire, wheel bearing and instability of vehicle। ਜਿਹੜਾ ਇਹ ਅਨਬੈਲੈਂਸਡ ਹੈ, ਡਾਇਨਾਮਿਕ ਅਨਬੈਲੈਂਸਡ ਹੈ, ਇਹਦੇ ਚ ਕੀ ਹੋਏਗਾ? cause excessive wear of tire। ਜਿਹੜੇ ਟਾਇਰ ਨੇ ਉਹ ਸਪੀਡ ਦੇ ਨਾਲ ਘਸਣਗੇ, ਜਲਦੀ ਘਸਣਗੇ। wheel bearing ਜਿਹੜੇ ਨੇ ਉਹ ਜਲਦੀ ਖਰਾਬ ਹੋਣਗੇ। ਐਂਡ ਅਨਸਟੇਬਿਲਿਟੀ ਟੂ ਵਹੀਕਲ। ਤੇ ਵਹੀਕਲ ਨੂੰ ਕੀ ਹੈ? ਅਨਸਟੇਬਿਲਿਟੀ ਮਿਲੇਗੀ। ਮਤਲਬ ਵਹੀਕਲ ਸਾਡਾ ਜਿਹੜਾ ਹੈ ਉਹ ਅਨਸਟੇਬਲ ਹੋ ਜਾਏਗਾ, ਵਹੀਕਲ ਪੂਰੀ ਤਰ੍ਹਾਂ ਸਟੇਬਲ ਨਹੀਂ ਰਹੇਗਾ ਜੇ ਡਾਇਨਾਮਿਕ ਵੀਲ ਬੈਲੈਂਸਿੰਗ ਨਹੀਂ ਸਹੀ ਹੋਏਗੀ। ਡਾਇਨਾਮਿਕ ਬੈਲੈਂਸਿੰਗ ਇਜ਼ ਡਨ ਔਨ ਏ ਸਪੈਸ਼ਲ ਡਾਇਨਾਮਿਕ ਬੈਲੈਂਸਿੰਗ ਮਸ਼ੀਨ। ਜਿਹੜੀ ਡਾਇਨਾਮਿਕ ਬੈਲੈਂਸਿੰਗ ਹੈ ਉਹਨੂੰ ਅਸੀਂ ਕਿਹਦੇ ਤੇ ਕਰਦੇ ਹਾਂ? ਇੱਕ ਮਸ਼ੀਨ ਆਉਂਦੀ ਸਪੈਸ਼ਲ, ਜਿਹਨੂੰ ਡਾਇਨਾਮਿਕ ਬੈਲੈਂਸਿੰਗ ਮਸ਼ੀਨ ਕਹਿੰਦੇ ਆ। ਆਪਣੇ ਕੋਲ ਕਾਲਜ ਦੇ ਵਿੱਚ ਅਵੇਲੇਬਲ ਹੈ, ਅਸੀਂ ਪ੍ਰੈਕਟੀਕਲ ਕਰਕੇ ਦੇਖਾਂਗੇ। ਫਸਟਲੀ ਦੀ ਕਲੀਨਡ ਵੀਲ ਅਸੈਂਬਲੀ ਇਜ਼ ਫਿਟਡ ਔਨ ਦੀ ਮਸ਼ੀਨ ਸਪਿੰਡਲ। ਸਭ ਤੋਂ ਪਹਿਲੇ ਕੀ ਕੀਤਾ ਜਾਏਗਾ? ਇੱਕ ਵੀਲ ਅਸੈਂਬਲੀ ਲਈ ਜਾਏਗੀ, ਜਿਹੜੀ ਕਲੀਨਡ ਹੋਏਗੀ, ਜਿਹੜੀ ਸਾਫ਼ ਹੋਏਗੀ, ਉਹਨੂੰ ਮਸ਼ੀਨ ਸਪਿੰਡਲ ਤੇ ਫਿਟ ਕੀਤਾ ਜਾਏਗਾ। ਨਾਓ ਦੀ ਵੀਲ ਡਿਮੈਂਸ਼ਨਸ ਆਰ ਐਂਟਰਡ ਔਨ ਦੀ wheel is allowed to rotate। ਫਿਰ ਉਸ ਤੋਂ ਬਾਅਦ ਕੀ ਹੋਏਗਾ? ਵੀਲ ਦੀਆਂ ਡਿਮੈਂਸ਼ਨਸ ਪਾਈਆਂ ਜਾਣਗੀਆਂ, ਕਿਉਂਕਿ ਹਰ ਵੀਲ ਦੀਆਂ ਡਿਮੈਂਸ਼ਨਸ ਅਲੱਗ ਹੁੰਦੀਆਂ, ਕੋਈ ਜ਼ਿਆਦਾ ਚੌੜਾ ਹੈ, ਕੋਈ ਘੱਟ ਚੌੜਾ ਹੈ, ਕਿਸੇ ਦਾ ਡਾਇਆਮੀਟਰ ਜ਼ਿਆਦਾ ਹੈ, ਕਿਸੇ ਦਾ ਡਾਇਆਮੀਟਰ ਘੱਟ ਹੈ। ਉਹ ਚੀਜ਼ਾਂ ਨੂੰ ਅਸੀਂ ਮੇਜ਼ਰ ਕਰਕੇ ਮਸ਼ੀਨ ਦੇ ਵਿੱਚ ਐਂਟਰ ਕਰਾਂਗੇ। ਮਸ਼ੀਨ ਦੇ ਵਿੱਚ ਐਂਟਰ ਕਰਕੇ ਫਿਰ ਆਪਾਂ ਕੀ ਕਰਾਂਗੇ? ਵੀਲ ਨੂੰ ਰੋਟੇਟ ਕਰਾਉਣਾ ਸਟਾਰਟ ਕਰਾਂਗੇ। ਉਹ ਵੀਲ ਨੂੰ ਅਸੀਂ ਹੱਥ ਨਾਲ ਰੋਟੇਟ ਨਹੀਂ ਕਰਾਵਾਂਗੇ, ਅਸੀਂ ਜਸਟ ਬਟਨ ਪ੍ਰੈਸ ਕਰਾਂਗੇ, ਮਸ਼ੀਨ ਆਪਣੇ ਆਪ ਵੀਲ ਨੂੰ ਰੋਟੇਟ ਕਰਾਏਗੀ। ਵੀਲ ਨੂੰ ਰੋਟੇਟ ਕਰਨ ਤੋਂ ਬਾਅਦ ਕੀ ਹੋਏਗਾ? ਵੀਲ ਇੱਕ ਤਰ੍ਹਾਂ ਫਿਰ ਜਦੋਂ ਘੁੰਮਣ ਤੋਂ ਬਾਅਦ ਰੁਕੇਗਾ, ਫਿਰ ਉਹ ਆਪਣੀ ਰੈਸਟ ਪੋਜੀਸ਼ਨ ਤੇ ਆਏਗਾ। ਜਦੋਂ ਰੈਸਟ ਪੋਜੀਸ਼ਨ ਤੇ ਆਏਗਾ, ਮਸ਼ੀਨ ਕੀ ਕਰੇਗੀ? ਮਸ਼ੀਨ ਆਪਣੇ ਆਪ ਵੀਲ ਦੇ ਪੈਟਰਨ, ਵੀਲ ਕਿੱਦਾਂ ਘੁੰਮਿਆ ਸੀਗਾ, ਉਸ ਪੈਟਰਨ ਨੂੰ ਮੇਜ਼ਰ ਕਰਕੇ ਸਾਨੂੰ ਦੱਸ ਦੇਗੀ ਵੀ ਕਿੰਨਾ ਪੁਆਇੰਟ, ਕਿੰਨੇ weight ਜਿਹੜਾ ਉਹ ਅਸੀਂ ਐਡ ਕਰਨਾ ਹੈ। ਆਫਟਰ ਕਮਿੰਗ ਟੂ ਰੈਸਟ, ਦੀ ਪੁਆਇੰਟਸ ਆਫ ਐਡਿੰਗ ਬੈਲੈਂਸਿੰਗ weights ਆਰ ਡਿਟਰਮਾਈਨਡ ਐਂਡ ਫਿਕਸਡ। ਕਿੰਨਾ weight ਕਿਸ ਪੁਆਇੰਟ ਤੇ ਐਡ ਕਰਨਾ ਹੈ, ਉਹ ਮਸ਼ੀਨ ਦੇ ਉੱਪਰ ਲਿਖ ਕੇ ਆ ਜਾਏਗਾ। ਨਾਓ ਦੀ ਵੀਲ ਇਜ਼ ਡਾਇਨਾਮਿਕਲੀ ਬੈਲੈਂਸਡ। ਇਹਦਾ ਮਤਲਬ ਵੀਲ ਸਾਡਾ ਜਿਹੜਾ ਹੈ ਉਹ ਡਾਇਨਾਮਿਕਲੀ ਵੀ ਬੈਲੈਂਸਡ ਹੋ ਜਾਏਗਾ। ਤੁਹਾਨੂੰ ਮੈਂ ਇੱਕ ਮਿੰਟ ਬੈਲੈਂਸਿੰਗ ਦੀ ਮਸ਼ੀਨ ਦਿਖਾ ਦਿੰਦਾ ਇੱਕ ਵਾਰ, ਉਹ ਕਿੱਦਾਂ ਕੰਮ ਕਰਦੀ ਹੈ। ਆਪਣੇ ਕੋਲ ਕਾਲਜ ਵੀ ਮਸ਼ੀਨ ਹੈ, ਅਸੀਂ ਕਾਲਜ ਵੀ ਇੱਕ ਵਾਰ ਕਰਕੇ ਦੇਖਾਂਗੇ। ਇੱਕ ਵਾਰ ਤੁਸੀਂ ਦੇਖ ਵੀ ਲਓ ਵੀ ਵੀਲ ਬੈਲੈਂਸਿੰਗ ਮਸ਼ੀਨ ਹੈ ਕਿਹੜੀ। ਇਹ ਦੇਖੋ ਜੀ, ਇਹ ਵੀਲ ਬੈਲੈਂਸਿੰਗ ਮਸ਼ੀਨ ਹੈ, ਇਹ ਇਹਦਾ ਸਪਿੰਡਲ ਹੈ। ਸਪਿੰਡਲ ਦੇ ਉੱਤੇ ਅਸੀਂ ਵੀਲ ਫਿਟ ਕਰਾਂਗੇ। ਵੀਲ ਫਿਟ ਕਰਨ ਤੋਂ ਬਾਅਦ ਵੀਲ ਦੀਆਂ ਡਿਮੈਂਸ਼ਨਸ ਜਿਹੜੀਆਂ ਨੇ ਉਹ ਅਸੀਂ ਭਰਾਂਗੇ, ਠੀਕ ਹੈ।
ਵੀਲ ਦੀਆਂ ਡਿਮੈਂਸ਼ਨਸ ਜਦੋਂ ਅਸੀਂ ਮਸ਼ੀਨ ਨੂੰ ਇਨਪੁਟ ਕਰ ਦਾਂਗੇ, ਫਿਰ ਵੀਲ ਨੂੰ ਰੋਟੇਟ ਕੀਤਾ ਜਾਏਗਾ। ਜਦੋਂ ਵੀਲ ਨੂੰ ਰੋਟੇਟ ਕੀਤਾ ਜਾਏਗਾ, ਵੀਲ ਨੂੰ ਰੋਟੇਟ ਕਰਨ ਤੋਂ ਬਾਅਦ ਜਦੋਂ ਵੀਲ ਆਪਣੀ ਜਗ੍ਹਾ ਤੇ ਆ ਕੇ ਰੁਕੇਗਾ, ਉਦੋਂ ਮਸ਼ੀਨ ਸਾਨੂੰ ਕੀ ਆਪਣੇ ਆਪ ਇੱਕ ਰੀਡਿੰਗਸ ਦੇ ਦੇਗੀ ਵੀ ਇਹ ਰੀਡਿੰਗਸ ਨੇ, ਅਸੀਂ ਇੰਨਾ weight ਇਸ ਜਗ੍ਹਾ ਤੇ ਐਡ ਕਰਾਂਗੇ ਤੇ ਉਹਦੇ ਨਾਲ ਫਿਰ ਆਪਾਂ ਵੀਲ ਨੂੰ ਬੈਲੈਂਸ ਕਰ ਸਕਦੇ ਹਾਂ। ਇਹ ਦੇਖੋ ਇਹਨਾਂ ਨੇ ਵੀਲ ਨੂੰ ਫਿੱਟ ਕਰਤਾ। ਵੀਲ ਨੂੰ ਫਿੱਟ ਕਰਨ ਤੋਂ ਬਾਅਦ ਵੀਲ ਨੂੰ ਫਿੱਟ ਕਰਨ ਤੋਂ ਬਾਅਦ ਉੱਪਰ ਆਪਾਂ ਕਵਰ ਪਾ ਦਾਂਗੇ। ਕਵਰ ਪਾਉਣ ਤੋਂ ਬਾਅਦ ਕੀ ਹੋਏਗਾ, ਇਹਨੂੰ ਰੋਟੇਟ ਕੀਤਾ ਜਾਏਗਾ। ਕਵਰ ਕਰਤਾ, ਮਸ਼ੀਨ ਨੇ ਆਪਣੇ ਆਪ ਨੂੰ ਰੋਟੇਟ ਕਰਾਉਣਾ ਸਟਾਰਟ ਕੀਤਾ। ਜਦੋਂ ਰੋਟੇਟ ਕਰਨ ਤੋਂ ਬਾਅਦ ਵੀਲ ਰੁਕੇਗਾ। ਵੀਲ ਨੂੰ ਰੁਕਣ ਤੋਂ ਬਾਅਦ ਅਸੀਂ ਕਵਰ ਨੂੰ ਰਿਮੂਵ ਕਰਾਂਗੇ। ਕਵਰ ਨੂੰ ਰਿਮੂਵ ਆਪਾਂ ਜਦੋਂ ਕਰਾਂਗੇ, ਉਸ ਤੋਂ ਬਾਅਦ ਫਿਰ ਕੀ ਹੈ, ਮਸ਼ੀਨ ਦੇ ਉੱਪਰ ਰੀਡਿੰਗਸ ਆਉਣਗੀਆਂ। ਉਹ ਰੀਡਿੰਗ ਸਾਨੂੰ ਕੀ ਸ਼ੋ ਕਰਨਗੀਆਂ ਵੀ ਅਸੀਂ ਕਿਹੜੇ ਪਾਸੇ ਕਿੰਨਾ weight ਅਟੈਚ ਕਰਨਾ ਹੈ। ਉਹਨਾਂ ਰੀਡਿੰਗਸ ਦੇ ਅਕੋਰਡਿੰਗ ਹੀ ਆਪਾਂ ਚੱਲਾਂਗੇ। ਫਿਰ weight ਨੂੰ ਐਡ ਕਰਨ ਦੇ ਲਈ ਅਸੀਂ ਆਪਣੇ ਕੋਲੋਂ weight ਮਤਲਬ ਰੀਡਿੰਗ ਨਹੀਂ ਲੈ ਸਕਦੇ। ਐਦਾਂ ਦੇ weight ਆਉਂਦੇ ਨੇ, ਠੀਕ ਹੈ। ਇਹ weights ਦੋ ਤਰ੍ਹਾਂ ਦੇ ਆਉਂਦੇ ਨੇ, ਇੱਕ ਕਲੈਂਪ ਵਾਲੇ ਆਉਂਦੇ ਨੇ, ਇੱਕ ਸਟੀਕਰ ਵਾਲੇ ਆਉਂਦੇ ਨੇ। ਜਿਹੜੇ ਕਲੈਂਪਸ ਵਾਲੇ weight ਨੇ ਉਹ ਇੱਥੇ ਚੱਲਦੇ ਨੇ, ਸਟੀਕਰ ਵਾਲੇ weight ਜਿਹੜੇ ਨੇ ਉਹ ਬਾਹਰ ਚੱਲਦੇ ਨੇ। ਇਹ ਦੇਖੋ ਇਹਨਾਂ ਨੇ ਇੱਥੇ ਦੱਸਤਾ ਵੀ 10 ਗ੍ਰਾਮ weight ਜਿਹੜਾ ਹੈ ਉਹ ਅਸੀਂ ਐਡ ਕਰਾਂਗੇ ਤੇ ਦੂਜੇ ਸਾਈਡ ਤੇ 20 ਗ੍ਰਾਮ weight ਅਟੈਚ ਕਰਾਂਗੇ। ਉਹ weight ਅਸੀਂ ਅਟੈਚ ਕਰਕੇ ਫਿਰ ਘੁਮਾਵਾਂਗੇ। ਇਹ ਦੇਖੋ ਇੱਦਾਂ ਦਾ ਇੱਕ ਟੂਲ ਆਉਂਦਾ ਹੈ, ਇਸ ਟੂਲ ਦੇ ਨਾਲ ਅਸੀਂ weight ਨੂੰ ਅਟੈਚ ਕਰਾਂਗੇ। ਇਹ ਤੇ ਆਪਣੇ LED ਵਾਲੀ ਮਸ਼ੀਨ ਹੈ ਜਿਹੜੀ ਸਾਡੇ ਕੋਲ ਵੱਡੀ ਸਕਰੀਨ ਹੈ, ਕਲਰਡ ਸਕਰੀਨ ਹੈ। ਉਹਦੇ ਤੇ ਫਿਰ ਸ਼ੋ ਹੁੰਦਾ ਕਿੰਨਾ weight ਅਸੀਂ ਕਿੱਥੇ ਅਟੈਚ ਕਰਨਾ ਹੈ। ਇਹ ਰਿਮ ਵਾਲਾ ਜਿਹੜਾ ਪਾਰਟ ਹੈ ਨਾ, ਰਿਮ ਵਾਲੇ ਪਾਰਟ ਦੇ ਉੱਤੇ ਅਸੀਂ weight ਅਟੈਚ ਕਰਦੇ ਹਾਂ। ਇਹ ਦੇਖੋ ਇਹ weight ਅਟੈਚ ਹੋ ਗਿਆ ਉੱਪਰ। ਹੋਰ weight ਅਟੈਚ ਕਰਨਾ ਸੀਗਾ, ਇੱਕ weight ਦਾ ਪੀਸ ਹੋਰ ਲਿਆ, ਉਹਨੂੰ ਵੀ ਉੱਥੇ ਸਟਰਾਈਕ ਕਰਕੇ ਨਾਲ ਅਟੈਚ ਕਰਤਾ। ਇਹ weight ਅਟੈਚ ਹੁੰਦਾ ਪਿਆ। ਏਦਾਂ ਏਦਾਂ ਅਸੀਂ weight ਅਟੈਚ ਕਰਦੇ ਹਾਂ। ਇਹਨੂੰ ਰਿਮੂਵ ਵੀ ਕੀਤਾ ਜਾ ਸਕਦਾ ਹੈ। ਕਈ ਵਾਰ ਉਦਾਂ ਹੀ ਵਹੀਕਲ ਦੇ ਚਲਦੇ ਚਲਦੇ ਜਾਂ ਡਿੱਗ ਪੈਂਦੇ ਨੇ weight। ਇਹ weight ਅਟੈਚ ਕਰਤਾ। ਇਹ ਉੱਪਰ ਲਿਖਿਆ ਹੁੰਦਾ ਵੀ ਕਿੰਨਾ weight ਇਹਦੇ 'ਚ, ਇਹ ਕਿੰਨੇ ਗ੍ਰਾਮ ਦਾ, ਉਹ ਉੱਪਰ ਲਿਖਿਆ ਹੁੰਦਾ ਉੱਤੇ। ਇਹ ਦੇਖੋ ਜਿਵੇਂ ਇੱਥੇ ਲਿਖਿਆ ਨਾ 20, ਵੀ ਮਤਲਬ ਇਹ 20 ਗ੍ਰਾਮ ਦਾ। 20 ਗ੍ਰਾਮ ਦਾ weight ਅਸੀਂ ਅਟੈਚ ਕਰਾਂਗੇ। ਸੋ ਇਹ ਸੀਗੀ ਤੁਹਾਡੀ ਵੀਲ ਬੈਲੈਂਸਿੰਗ ਸਟੈਟਿਕ ਤੇ ਡਾਇਨਾਮਿਕ। ਪ੍ਰੈਕਟੀਕਲ ਜਿਹੜਾ ਹੈ ਉਹ ਅਸੀਂ ਕਾਲਜ ਕਰਾਂਗੇ ਇਹਦੇ ਬਾਰੇ। ਤੇ ਫਿਲਹਾਲ ਜੋ ਸੀਗਾ ਉਹ ਸਟੱਡੀ ਸੀਗੀ। ਸਟੱਡੀ ਦੇ ਵਿੱਚ ਇੰਨਾ ਹੀ, ਬਾਕੀ ਅਸੀਂ ਨੈਕਸਟ ਲੈਕਚਰ ਦੇ ਵਿੱਚ ਹੁਣ ਸਟੱਡੀ ਕਰਾਂਗੇ। ਓਕੇ, ਥੈਂਕ ਯੂ।